ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਵੋਟਾਂ ਦੇ ਦਿਨ ਨੇੜੇ ਨੇ। 20 ਤਰੀਕ ਨੂੰ ਵੋਟਾਂ ਪੈ ਜਾਣੀਆਂ। ਸਿਰਫ ਕੁਝ ਹੀ ਟਾਈਮ ਰਹਿ ਗਿਆ। ਚੋਣ ਪ੍ਰਚਾਰ ਵੀ ਥੰਮ ਜਾਣਾ ਹੈ ਤੇ ਫਿਰ ਸਿਆਸੀ ਲੀਡਰਾਂ ਦੀ ਜਿਹੜੀ ਆ ਉਹ ਪ੍ਰੀਖਿਆ ਹੋਣੀ ਹੈ ਕਿ ਇਸ ਵਾਰ ਕਿਹੜਾ ਨਿੱਤਰਦਾ ਹੈ। ਲੋਕਾਂ ਦੀ ਵੀ ਪ੍ਰੀਖਿਆ ਹੋਣੀ ਹੈ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਪਹਿਲਾਂ ਗੱਲ ਹੁੰਦੀ ਸੀ ਕਿ ਬਦਲਾਅ ਕਰਨਾ ਜੀ, ਬਦਲਾਅ ਚਾਹੀਦਾ ਹੈ ਜੀ, ਜਿਹਨੂੰ ਪੁੱਛ ਲਓ ਉਹ ਕਹਿੰਦਾ ਕਿ ਸਾਡੀ ਪਾਰਟੀ ਉਸ ਬਦਲਾਅ ਦੇ ਵਿੱਚ ਅੱਗੇ ਆ, ਕਿ ਲੋਕ ਜਿਹੜਾ ਮੰਗਦੇ ਨੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਅੱਗੇ ਆ, ਬੀਜੇਪੀ ਕਹਿੰਦੀ ਕਿ ਸਾਡਾ ਡਬਲ ਇੰਜਨ ਚੱਲ ਜਾਣਾ, ਬਾਕੀ ਅਕਾਲੀ ਦਲ ਵਾਲੇ ਕਹਿੰਦੇ ਕਿ ਸਾਨੂੰ ਵਾਪਸ ਲੈ ਕੇ ਆਉਣਗੇ ਕਿਉਂਕਿ ਲੋਕ ਕਾਂਗਰਸ ਤੋਂ ਬੜੇ ਅੱਕੇ, ਤੇ ਉਧਰ ਕਾਂਗਰਸ ਵਾਲੇ ਕਹਿੰਦੇ ਕਿ ਨਹੀਂ ਅਸੀਂ ਤਾਂ 111 ਦਿਨਾਂ ਦਾ ਜਿਹੜਾ ਟ੍ਰੇਲਰ ਦਿਖਾਇਆ ਉਹਦੀ ਪੂਰੀ ਫਿਲਮ ਦਿਖਾਵਾਂਗੇ, ਲੋਕ ਸਾਡੇ ਵੱਲ ਨੂੰ ਤਿਆਰ ਨੇ। ਪਰ ਲੋਕ ਵੀ ਜਿਹੜੇ ਨੇ ਉਹ ਬਹੁਤ ਸਿਆਣੇ ਨੇ। ਬਦਲਾਅ ਮੰਗ ਤਾਂ ਰਹੇ ਨੇ, ਪਰ ਬਦਲਾਅ ਕਿਸ ਬਿਹਾਫ ਤੇ ਮੰਗ ਰਹੇ ਨੇ? ਪੰਜਾਬ ਦੇ ਵਿੱਚ ਕਿੱਦਾਂ ਦਾ ਬਦਲਾਅ ਮੰਗ ਰਹੇ ਨੇ? ਮੇਰੇ ਖਿਆਲ ਦੇ ਵਿੱਚ ਇਹਦੇ ਬਾਰੇ ਲੋਕਾਂ ਨੂੰ ਬਹੁਤਾ ਕੁਝ ਪਤਾ ਨਹੀਂ, ਸਿਰਫ ਸਰਕਾਰ ਬਦਲਣ ਨੂੰ ਬਦਲਾਅ ਕਹਿ ਰਹੇ ਨੇ। ਇੱਕ ਤੇ ਤੁਸੀਂ ਆ ਜਿਹੜੀ ਲਾਸਟ ਗੱਲ ਕਹੀ ਉਹ ਬੜੀ ਇੰਪੋਰਟੈਂਟ ਹੈ। ਜਦੋਂ ਆਜ਼ਾਦੀ ਮਿਲੀ ਜਾਂ ਆਜ਼ਾਦੀ ਦੇ ਯੁੱਧ ਵਿੱਚ ਜਦੋਂ ਲੋਕ ਕੁੱਦੇ ਤੇ ਹਰ ਕੋਈ ਆਜ਼ਾਦੀ ਦੇ ਅਰਥ ਕੀ ਕੱਢਦਾ ਸੀਗਾ, ਜੋ ਉਹਨੂੰ ਤਕਲੀਫ ਆ। ਕਿਸੇ ਨੇ ਜਿਹਨੂੰ ਘੱਟ ਦਿਖਦਾ ਉਹਨੂੰ ਲੱਗਦਾ ਸੀ ਵੀ ਮੈਨੂੰ ਸਾਰਾ ਚੰਗਾ ਦਿਖਣ ਲੱਗ ਜੂ। ਜਿਹਨੂੰ ਭੁੱਖ ਲੱਗੀ ਸੀ, ਜਿਵੇਂ ਉਹ ਕਹਾਵਤ ਆ ਕਿ ਕਿਸੇ ਨੇ ਭੁੱਖੇ ਨੂੰ ਬਾਤ ਪਾਈ, ਕਹਿੰਦਾ 2 ਤੇ 2 ਕਿੰਨਾ ਹੁੰਦਾ? ਕਹਿੰਦਾ ਜੀ 4 ਰੋਟੀਆਂ ਨਾਲ ਵਿੱਚੋਂ ਰੋਟੀ, ਕਿਉਂਕਿ ਉਹਨੂੰ ਤੇ ਰੋਟੀ ਦੇ ਨਾਲ ਮਤਲਬ ਹੈ, ਉਹਨੇ 4 ਤੋਂ ਕੀ ਲੈਣਾ। ਇਹ ਜਦੋਂ ਇਹੋ ਜਿਹੀਆਂ ਮੂਵਮੈਂਟਾਂ ਚੱਲਦੀਆਂ ਆ, ਜਦੋਂ ਲੋਕ ਫਰਸਟ੍ਰੇਟ ਹੁੰਦੇ ਆ, ਜਿਹੜਾ ਬੇਰੁਜ਼ਗਾਰ ਕਹਿੰਦਾ ਬਦਲਾਅ ਦਾ ਮਤਲਬ ਉਹਦੇ ਲਈ ਉਹਨੂੰ ਰੁਜ਼ਗਾਰ ਮਿਲੂਗਾ। ਜਿਹਦੇ ਨਿਆਣਿਆਂ ਲਈ ਪੜ੍ਹਨ ਦਾ ਕੁਛ ਨਹੀਂ ਹੈ ਜਰੀਆ, ਉਹ ਕਹੂਗਾ ਕਿ ਮੇਰੇ ਨਿਆਣਿਆਂ ਨੂੰ ਬਹੁਤ ਵਧੀਆ ਐਜੂਕੇਸ਼ਨ ਮਿਲੂਗੀ। ਇਹ ਜਿਹਨੂੰ ਜੋ ਜ਼ਰੂਰਤ ਆ ਬਦਲਾਅ ਦੇ ਅਰਥ ਉਨੇ ਹੀ ਹੈਗੇ, ਕੋਈ ਇੱਕ ਅਰਥ ਦਾ ਬਦਲਾਅ ਦਾ ਹੈ ਨਹੀਂ। ਪਰ ਜਿਹੜੇ ਬੰਦੇ ਵਾਅਦਾ ਕਰ ਰਹੇ ਆ ਬਦਲਾਅ ਦਾ, ਉਹਨਾਂ ਦਾ ਮਤਲਬ ਹੈ ਵੀ ਸੱਤਾ 'ਚ ਕਿਵੇਂ ਆਉਣਾ, ਬਦਲਾਅ ਦੀ ਜਿਹੜੀ ਫਿਰਕੀ ਘੁਮਾ ਕੇ ਲੋਕਾਂ ਨੇ ਬਦਲਾਅ ਦਾ ਤਰੌਂਕਾ ਦੇ ਕੇ ਸਾਰਿਆਂ ਦੇ ਮਨਾਂ 'ਚ, ਤੇ ਉੱਥੇ ਇਹਨਾਂ ਦਾ ਇੱਕੋ ਹੀ ਇੱਕ ਮਕਸਦ ਆ ਕਿ ਸਾਨੂੰ ਉੱਤੇ ਬਿਠਾ ਦਿਓ ਗੱਦੀ ਦੇ ਤੇ ਫਿਰ ਮੇਰੀ ਚਾਲ ਦੇਖ ਲਈ। ਜਿੰਨੇ ਬੰਦਿਆਂ ਦਾ ਨਾਂ ਲਿਆ, ਪਹਿਲਾਂ ਤੇ ਮੈਂ ਗੱਲ ਕਰ ਲਾਂ ਬੀਜੇਪੀ ਦੀ, ਕਿਉਂਕਿ ਪ੍ਰਧਾਨ ਮੰਤਰੀ ਜੀ ਗੇੜੇ ਮਾਰਦੇ ਫਿਰਦੇ ਆ। 2 ਗੱਲਾਂ ਮੈਂ ਸੁਣ ਕੇ ਬੜਾ ਹੈਰਾਨ ਹੈ। ਇੱਕ ਤੇ ਡਬਲ ਇੰਜਣ। ਮੈਂ ਫਤਿਹ ਜੰਗ ਬਾਜਵਾ ਦਾ ਸੁਣ ਰਿਹਾ ਸੀ, ਉਹਨੂੰ ਪੁੱਛ ਰਹੇ ਸੀ, ਉਹ ਵੀ ਕਹਿੰਦਾ ਜੀ ਡਬਲ ਇੰਜਣ। ਵਿੱਚ ਨਵਾਂ ਵੜਿਆ ਨਾ, ਤੇ ਉਹ ਨਵਾਂ ਮੌਲਵੀ ਜਿਹੜਾ ਜ਼ਿਆਦਾ ਉੱਚੀ ਬਾਂਗ ਦਿੰਦਾ, ਇਹ ਉਹਨਾਂ ਚੋਂ ਆ, ਨਵੇਂ ਮੌਲਵੀ ਆ, ਇਨੀਸ਼ੀਏਟਡ ਹੋਏ ਆ। ਹੋਰ ਵੀ ਕਈ ਬੰਦੇ ਆ, ਜਿੰਨੇ ਗਰੇਵਾਲ ਜੀ ਸਾਡੇ। ਅਸਲ ਮਾਨਿਆਂ 'ਚ ਇਹਨਾਂ ਨੂੰ ਇਸ ਗੱਲ ਦੀ ਭੋਰਾ ਪਰ ਵੀ, ਮੈਂ ਸ਼ਬਦ ਵਰਤਣ ਲੱਗਾ ਥੋੜਾ ਦੁੱਖ ਹੋ ਕੇ, ਸ਼ਰਮ ਨਹੀਂ ਆਉਂਦੀ ਕਿ ਤੁਸੀਂ ਜਦੋਂ ਇਹ ਗੱਲ ਬਾਰ-ਬਾਰ ਪੰਜਾਬੀਆਂ ਨੂੰ ਕਹਿੰਦੇ ਆ ਕਿ ਜੇ ਤੁਸੀਂ ਬੀਜੇਪੀ ਦੀ ਸਰਕਾਰ ਲਿਆਓਗੇ ਤੇ ਕੰਮ ਕਰਾਂਗੇ, ਨਹੀਂ ਤੇ ਨਹੀਂ ਕਰਾਂਗੇ। ਕੀ ਇਹ ਸੰਵਿਧਾਨ ਦੇ ਵਿਪਰੀਤ ਨਹੀਂ ਕਿ ਜੇ ਕਾਂਗਰਸ ਦੀ, ਅਕਾਲੀ ਦਲ ਦੀ, ਸੰਯੁਕਤ ਸਮਾਜ SSM ਦੀ, ਸੰਯੁਕਤ ਸਮਾਜ ਮੋਰਚੇ ਦੀ ਜੇ ਸਰਕਾਰ ਆਊਗੀ ਤੇ ਫਿਰ ਉਹ ਇੰਜਣ ਇੱਕੋ ਹੀ ਹੈ। ਫਿਰ ਉਹ ਇੰਜਣ ਪਰਲੇ ਪਾਸੇ ਨੂੰ ਚੱਲੂਗਾ, ਦਿੱਲੀ ਵੱਲ ਨੂੰ, ਪੰਜਾਬ ਵੱਲ ਨੂੰ ਨਹੀਂ ਆਊਗਾ। ਤੇ ਜੇ ਇੱਥੇ ਬੀਜੇਪੀ ਦੀ ਬਣ ਜਾਂਦੀ ਆ, ਫਿਰ ਛੁੱਕ ਕਰਕੇ 2 ਇੰਜਣ ਇਕੱਠੇ ਆਣ ਵੜਨਗੇ। ਅਸੀਂ ਇੰਜਣਾਂ ਤੋਂ ਪਰੇਸ਼ਾਨ ਆ। ਸਾਡੇ ਕੋਲ ਇੰਜਣ ਦੂਰ ਰੱਖੋ, ਸਾਨੂੰ ਕੋਈ ਇੰਜਣ ਨਹੀਂ ਚਾਹੀਦਾ। ਤੂੰ ਆ ਕੇ ਇੱਥੇ ਬਾਰ-ਬਾਰ ਆਉਂਦਾ ਪ੍ਰਧਾਨ ਮੰਤਰੀ, ਟੁੱਟੇ ਮੂੰਹ ਨਾਲ ਇੱਕ ਵੀ ਗੱਲ ਕੋਈ ਚੱਜ ਦੀ ਕੀਤੀ ਅਜੇ ਤੱਕ? ਕੋਈ ਦਿੱਤਾ ਭਰੋਸਾ ਸਾਨੂੰ ਪੰਜਾਬੀਆਂ ਨੂੰ? ਸਾਡੇ ਦੁੱਖ ਦਾ ਕੋਈ ਕੀਤਾ? ਆ ਇੱਕ ਗੱਲ ਜ਼ਰੂਰ ਅੱਜ ਮੈਂ ਨਵੀਂ ਸੁਣ ਲਈ ਹੈ ਕਿ ਜ਼ਮੀਨ ਦਾ ਜਿਹੜਾ ਆ ਉਹ ਅਦਲਾ ਬਦਲਾ ਹੋ ਜਾਊਗਾ, ਕਿ ਕਰਤਾਰਪੁਰ ਜਿਹੜਾ ਅਸੀਂ ਲੈ ਕੇ ਦੇਵਾਂਗੇ। ਕਰਤਾਰਪੁਰ ਦੀ ਸਿੱਧੀ ਐਕਸੈਸ ਹੋ ਜੂਗੀ ਜੇ ਜ਼ਮੀਨ ਦਾ। ਜੇ ਉਹ ਮੰਨਣਗੇ ਤੇ ਤਾਂ ਹੀ ਹੋਊਗਾ, ਤੇਰੇ ਇਕੱਲੇ ਮੰਨਣ ਨਾਲ ਕਿਵੇਂ ਹੋ ਜੂ? ਜਿਸ ਦਿਨ ਉਹ ਐਕਸੈਸ ਦੇ ਰਹੇ ਸੀ, ਤੁਸੀਂ ਪੰਗੇ ਪਾ ਰਹੇ ਸੀ ਸਾਰੇ। ਜਿਸ ਦਿਨ ਪਹਿਲੇ ਦਿਨ ਨਵਜੋਤ ਸਿੰਘ ਸਿੱਧੂ ਇਸ ਗੱਲ ਦਾ ਸੁਨੇਹਾ ਲੈ ਕੇ ਆ ਰਿਹਾ ਸੀ, ਤੁਸੀਂ ਕਿੰਤੂ ਪਰੰਤੂ ਕਰ ਰਹੇ ਸੀ। ਵਿੱਚੇ ਅਕਾਲੀ, ਵਿੱਚੇ ਤੁਸੀਂ, ਵਿੱਚੇ ਹੋਰ ਕੈਪਟਨ ਅਮਰਿੰਦਰ ਸਿੰਘ ਵਰਗੇ, ਕਿ ਬਾਜਵੇ ਨੂੰ ਜੱਫੀ ਕਿਉਂ ਪਾ ਲਈ? ਬਾਕਿਆ ਬਾਜਵੇ ਦੇ ਗਲ 'ਚ ਸੱਪ ਸੀ ਜਿਹੜਾ ਸਿੱਧੂ ਨੂੰ ਲੜ ਜਾਣਾ ਸੀਗਾ। ਇੱਥੇ ਬਾਜਵੇ ਨਹੀਂ ਹੈ, ਫਤਿਹ ਜੰਗ ਬਾਜਵਾ ਹੈਗਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੈਗਾ, ਤੇ ਉੱਥੇ ਉਹਨਾਂ ਦਾ ਆਰਮੀ ਦਾ ਜਨਰਲ ਬਾਜਵਾ ਹੈਗਾ। ਤੁਹਾਡਾ ਵੰਡਿਆ ਕੀ ਹੈ? ਤੁਸੀਂ ਨੇੜੇ ਆਉਣ ਦੀ ਜਗ੍ਹਾ, ਦੋਸਤੀਆਂ ਕਰਨ ਦੀ ਜਗ੍ਹਾ ਨਫ਼ਰਤ ਬੀਜਦੇ ਆ, ਨਫ਼ਰਤ ਦੀ ਖੇਤੀ ਕਰਦੇ ਆ। ਮੇਰਾ ਇੱਕੋ ਹੀ ਗੱਲ ਕਹਿਣੀ ਆ, ਮੈਂ ਬੜੇ ਦੁੱਖ ਨਾਲ ਕਹਿਣਾ ਕਿ ਡਬਲ ਇੰਜਣ ਦੀਆਂ ਜਿਹੜੀਆਂ ਕਹਾਣੀਆਂ ਪਾਉਂਦੇ ਆ, ਸਾਨੂੰ ਥ੍ਰੈਟ ਦੇਣੇ ਇਹੋ ਜਿਹੇ ਬੰਦ ਕਰੋ। ਦੂਜਾ, ਅਗਲੀ ਗੱਲ ਸੁਣ ਲਓ,
ਇਹ ਥ੍ਰੈਟ ਬੰਮ ਰੋਡਣ ਵਾਲੀ ਗੱਲ ਆ ਵੀ ਜੇ ਸਾਡੀ ਸਰਕਾਰ ਬਣਾਓਗੇ ਤਾਂ ਕੁਝ ਮਿਲੂਗਾ, ਨਹੀਂ ਤੇ ਭੁੱਖੇ ਮਾਰ ਦਿਆਂਗੇ। ਇਹ ਕਿੱਥੇ ਗਿਆ ਇਲੈਕਸ਼ਨ ਕਮਿਸ਼ਨ, ਕਿੱਥੇ ਗਈ ਆ ਕੋਰਟਾਂ, ਕਿੱਥੇ ਗਈਆਂ? ਕਿਉਂ ਨਹੀਂ ਪ੍ਰਧਾਨ ਮੰਤਰੀ ਨੂੰ ਰੋਕਦੇ, ਲਗਾਮ ਪਾਉਂਦੇ? ਬਾਰ-ਬਾਰ ਆ ਕੇ ਇਹ ਗੱਲਾਂ ਕਰਦੇ। ਉਹਨਾਂ ਦੇ ਇੱਥੇ ਜਿਹੜੇ ਪੈਰੋਕਾਰ ਆ ਉਹ ਵੀ ਇਹੋ ਜਿਹੀਆਂ ਗੱਲਾਂ ਕਰਦੇ ਆ। ਦੂਜੀ ਗੱਲ ਇਹ ਹੈ ਕਿ ਬੀਜ ਤੋਂ ਲੈ ਕੇ ਵੇਚਣ ਤੱਕ ਸਾਰਾ ਕੁਝ ਅਸੀਂ ਨਵਾਂ ਕਰ ਦੇਣਾ, ਆਹ ਕਰ ਦੇਣਾ, ਆਹ ਕਰ ਦੇਣਾ। ਕੀ ਕਰਨਾ ਚਾਹੁੰਦੇ ਆ? ਅਸਲੀ ਗੱਲ ਨਹੀਂ ਕਹਿੰਦੇ। ਬੀਜ ਮਲਟੀਨੈਸ਼ਨਲ ਕੰਪਨੀਆਂ ਬੀਜਣਗੀਆਂ। ਜਿਸ ਤਰ੍ਹਾਂ ਉਹ ਬੀਟੀ ਬ੍ਰਿੰਜਲ ਸੀਗਾ, ਜਿਹਦੇ ਵਿਰੁੱਧ ਅਸੀਂ ਬੜਾ ਹਮਲਾ ਕਰਕੇ ਉਸਨੂੰ ਰੋਕਿਆ ਸੀ। ਉਦੋਂ ਜੈਰਾਮ ਰਮੇਸ਼ ਵੀ ਆਇਆ ਸੀ, ਚੰਡੀਗੜ੍ਹ ਚ ਆਇਆ ਸੀ, ਅਸੀਂ ਉਦੋਂ ਉਸ ਸਰਕਾਰ ਵੇਲੇ ਉਹ ਬੀਟੀ ਬ੍ਰਿੰਜਲ ਰੋਕਿਆ ਸੀ। ਇਹ ਹੁਣ ਜਿਹੜੇ ਨਵੀਂ ਕਿਸਮ ਦੇ ਸੀਡ ਕੰਪਨੀਆਂ ਦੇ ਜਿਹੜੇ 10,000 ਰੁਪਏ, 5,000 ਰੁਪਏ, 20,000 ਰੁਪਏ ਵੀ ਹੋ ਸਕਦਾ ਕਿਲੋ ਨੂੰ ਮਿਲਣਗੇ, ਉਹ ਵੇਚਣਗੇ ਤੇ ਇੱਕੋ ਵਾਰੀ ਯੂਜ਼ ਕਰ ਸਕਦੇ, ਦੁਬਾਰਾ ਫਿਰ ਖਰੀਦਣੇ ਪੈਣਗੇ। ਇੱਕ ਤੇ ਇਹ ਬੀਜ ਲਿਆਉਣਗੇ ਸਾਡੇ ਲਈ, ਫਿਰ ਉਹ ਗੋਡਾਊਨ ਚ ਸਾਰਾ ਮਾਲ ਜਾਊਗਾ, ਫਿਰ ਛੁਕ ਕਰਦੀ ਗੱਡੀ ਜਿਵੇਂ ਅਡਾਨੀ ਦੀ ਆਊਗੀ, ਰੇਲਵੇ ਉਹਨਾਂ ਨੂੰ ਹੀ ਦੇ ਦੇਣੀ ਆ। ਗੋਡਾਊਨ ਅੱਗੇ ਪਹਿਲਾਂ ਬਣਾਤੇ ਆ, ਉੱਥੇ ਅਨਾਜ ਹੋਊਗਾ। ਤੁਸੀਂ ਅਜੇ ਵੀ ਨਹੀਂ ਹਟੇ। 733 ਕਿਸਾਨਾਂ ਦੀਆਂ ਜਾਨਾਂ ਲੈ ਕੇ ਤੁਹਾਡਾ ਅਜੇ ਖੂਨ ਹੋਰ ਚਾਹੀਦਾ ਤੁਹਾਨੂੰ ਪੰਜਾਬ ਦਾ? ਇਹ ਕਿਹੜੀਆਂ ਗੱਲਾਂ ਕਰਦੇ? ਸਾਡਾ ਬੇਵਕੂਫ ਬਣਾਉਣਾ ਚਾਹੁੰਦੇ ਬਾਰ-ਬਾਰ। ਇਹ ਕਾਰਪੋਰੇਟਾਂ ਦਾ ਕਬਜ਼ਾ ਅਜੇ ਵੀ ਇਹਨਾਂ ਨੂੰ ਅੰਦਰੋਂ ਲਾਲਸਾ, ਬਾਰ-ਬਾਰ ਇਹਨਾਂ ਦੇ ਅੰਦਰੋਂ ਭਲਕ ਉੱਠਦੀ ਹੈ। ਇਹਨਾਂ ਨੂੰ ਅੰਦਰੋਂ ਪਤਾ ਨਹੀਂ ਕੀ ਅਚਬੀ ਉੱਠਦੀ ਹੈ ਕਿ ਇੱਕ ਵਾਰੀ ਅਸੀਂ ਪੰਜਾਬ ਤੇ ਹਰਿਆਣੇ ਤੇ ਇਹਨਾਂ ਇਸ ਏਰੀਏ ਤੇ ਜਿੱਥੇ ਗ੍ਰੀਨ ਰੈਵੋਲੂਸ਼ਨ ਆ ਉਹਦੇ ਤੇ ਕਬਜ਼ਾ ਕਾਰਪੋਰੇਟਾਂ ਦਾ ਕਰਾਉਣਾ। ਉਹਨਾਂ ਤੋਂ ਕੋਈ ਅੰਡੀ ਸੰਡੀ ਲਾਈ ਹੋਊਗੀ ਅੰਦਰ, ਹੋਰ ਇਹਦਾ ਕੋਈ ਅਰਥ ਨਹੀਂ ਹੈਗਾ। ਜਿਹੜਾ ਕਹਿੰਦੇ ਤਬਦੀਲੀ ਦਾ ਮਤਲਬ ਕੀ ਹੈਗਾ? ਤੁਸੀਂ ਇਹ ਜੇ ਕਹੋ ਜੋ ਅਸੀਂ ਕਹਿੰਦੇ ਆ, ਅਸੀਂ ਵੀ ਆਪਣੇ ਇਕਰਾਰਨਾਮੇ 'ਚ ਕਿਹਾ ਕਿ ਵੱਡੀ ਗਿਣਤੀ 'ਚ ਛੋਟੇ ਕਿਸਾਨ ਆ, ਉਹਨਾਂ ਦੀ ਕਿਸੇ ਵੀ ਤਰੀਕੇ ਨਾਲ ਕਰਜ਼ਾ ਮੁਕਤੀ ਕੀਤੀ ਜਾਏ, ਪਹਿਲੀ ਗੱਲ। ਉਹਨਾਂ ਨੂੰ ਲਾਹੇਵੰਦ ਭਾਅ ਦਿੱਤੇ ਜਾਣ, ਦੂਜੀ ਗੱਲ। ਔਰ ਜਿਹੜੀ ਤੁਸੀਂ ਡਬਲ ਇਨਕਮ ਕਰਨੀ ਸੀ, ਉਹ ਪ੍ਰਧਾਨ ਮੰਤਰੀ ਕਿਉਂ ਨਹੀਂ ਕਹਿੰਦਾ ਕਿ ਵੀ ਵਿਰੋਧੀ ਪਾਰਟੀਆਂ ਪੁੱਛਦੀਆਂ ਵੀ ਨਹੀਂ? ਮੈਂ ਤੇ ਬੜਾ ਹੈਰਾਨ ਆ, ਕਿਉਂ ਨਹੀਂ ਪੁੱਛਦੀਆਂ ਵਿਰੋਧੀ ਪਾਰਟੀਆਂ? ਕਿਸਾਨਾਂ ਨੂੰ ਵੀ ਪੁੱਛਣਾ ਚਾਹੀਦਾ, ਮਜ਼ਾਰੇ ਕਰਕੇ, ਕੱਲੇ ਪੁਤਲੇ ਫੂਕਣ ਨਾਲ ਨਹੀਂ ਹੋਊਗਾ। ਪੁੱਛਣ ਉਹਨੂੰ ਕਿ ਦੁੱਗਣੀ ਇਨਕਮ ਕਿੱਥੇ ਆ? ਤੂੰ 2022 ਚ ਕਰਨੀ ਸੀ, ਅੱਜ ਦੀਆਂ ਚੋਣਾਂ ਆ ਕੇ ਦੱਸ ਸਾਨੂੰ ਪੰਜਾਬ ਚ, ਨਹੀਂ ਤੇ ਪੰਜਾਬ ਚ ਵੜਨ ਦੀ ਕੋਈ ਲੋੜ ਨਹੀਂ ਹੈਗੀ। ਹਰ ਵਾਰੀ ਝੂਠ, ਹਰ ਵਾਰੀ ਫਰੇਬ, ਹਰ ਵਾਰੀ ਧਮਕੀਆਂ, ਹਰ ਵਾਰੀ ਇਹੋ ਜਿਹੀਆਂ ਗੱਲਾਂ ਕਰ ਰਹੀਆਂ ਕਿ ਤੁਸੀਂ ਇਹਦੇ ਨਾਲ ਕਰ ਰਹੇ ਆ, ਤੁਸੀਂ ਹਿੰਦੂ ਸਿੱਖ ਕਰਨਾ ਜਾਂ ਪਾਕਿਸਤਾਨ ਪੰਜਾਬ ਜਾਂ ਪਾਕਿਸਤਾਨ ਇੰਡੀਆ ਕਰਨਾ। ਇਹ ਕੀ ਮਤਲਬ ਹੈਗਾ? ਬਿਲਕੁਲ। ਤਾਂ ਇਸ ਲਈ ਸੁਖਵਿੰਦਰ, ਮੇਰਾ ਪ੍ਰਧਾਨ ਮੰਤਰੀ ਦਾ ਤੇ ਉਹਨਾਂ ਦੇ ਜਿਹੜੇ ਇੱਥੇ ਪਿਆਦੇ ਹੈ ਸਾਰੇ ਸੁਣ ਕੇ ਇਹ ਮੈਨੂੰ ਅਤੀ ਦੁੱਖ ਹੁੰਦਾ ਕਿ ਅਜੇ ਵੀ ਉਹਨਾਂ ਦੇ ਮਨ ਦੇ ਵਿੱਚ ਉਹ ਜਿਹੜੀ ਮਾਡਲ ਬੈਠਾ ਹੋਇਆ ਕਿ ਖੇਤੀ ਤੇ ਕਬਜ਼ਾ ਕਰਨਾ, ਪਿੰਡਾਂ ਤੇ ਕਬਜ਼ਾ ਕਰਵਾਉਣਾ ਕਾਰਪੋਰੇਟਾਂ ਦਾ, ਉਹ ਗਿਆ ਨਹੀਂ। ਭਾਸ਼ਾ ਬਦਲੀ ਹੈ, ਅੰਦਰੋਂ ਕੋਸ਼ਿਸ਼ਾਂ ਉਹੀ ਹੈ। ਇਸੇ ਕਰਕੇ ਜਿਉਂ ਹੀ SSM ਥੋੜਾ ਜਿਹਾ ਇਲੈਕਸ਼ਨਾਂ ਤੋਂ ਵਿਹਲਾ ਹੁੰਦਾ, ਮੈਨੂੰ ਲੱਗਦਾ ਕਿ ਦੁਬਾਰਾ ਅੱਗੇ ਨਾਲ ਵੱਡੀ ਪੱਧਰ ਤੇ ਕਮਰ ਕੱਸ ਕੇ ਇਹ ਮੋਦੀ ਜੀ ਨੂੰ ਦੱਸਣਾ ਪਊਗਾ ਕਿ ਇਹ ਜਿਹੜੀਆਂ ਤੁਸੀਂ ਘਾਤ ਲਾ ਕੇ ਇੱਕ ਤਰੀਕੇ ਦਾ ਹਮਲਾ ਕਰਨ ਦੀ ਫਿਰ ਖੇਤੀ ਤੇ ਤਿਆਰੀ ਕਰ ਰਹੇ ਹੋ ਤੇ ਬਾਰ-ਬਾਰ ਆਪਣੇ ਭਾਸ਼ਣਾਂ 'ਚ ਕਹਿ ਰਹੇ ਹੋ, ਇਹਦਾ ਜਵਾਬ ਕਰਾਰਾ, ਪਹਿਲੇ ਨਾਲੋਂ ਜ਼ਿਆਦਾ ਸਖਤ ਸਾਡੇ ਕਿਸਾਨ ਦੇਣਗੇ। ਔਰ ਇਸ ਵਾਰੀ ਸਾਰੇ ਦੇਸ਼ ਦੇ ਕਿਸਾਨ ਇਕੱਠਾ ਹੋ ਕੇ ਦੇਣਗੇ। ਹਾਂਜੀ, ਬਿਲਕੁਲ। ਮੈਂ ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਨੂੰ ਥੋੜਾ ਹੋਰ ਅੱਗੇ ਤੋਰਦਾ, ਬਾਅਦ ਵਿੱਚ ਫਿਰ ਆਪਾਂ ਫਿਰ ਬਦਲਾਅ ਦੇ ਉੱਤੇ ਆਵਾਂਗੇ ਕਿ ਉਹਨਾਂ ਨੇ ਜਿਹੜਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਯੂਪੀ ਬਿਹਾਰ ਵਾਲਿਆਂ ਦਾ ਹਵਾਲਾ ਦੇ ਕੇ, ਹਾਲਾਂਕਿ ਉਹ ਕਹਿਣ ਦਾ ਸੰਦਰਭ ਕਹਿੰਦੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਹੋਰਾਂ ਨੂੰ, ਉਹਨਾਂ ਨੂੰ ਜਿਵੇਂ ਬਾਹਰੀ ਜਾਂ ਕਾਲੇ ਅੰਗਰੇਜ਼ ਵਗੈਰਾ ਕਹਿੰਦੇ ਰਹੇ ਨੇ। ਤੇ ਹੁਣ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਸਟੇਜ ਉੱਤੋਂ ਇਹ ਕਹਿਣਾ ਕਿ ਕੀ ਤੁਸੀਂ ਗੁਰੂ ਰਵਿਦਾਸ ਜੀ ਨੂੰ ਕੱਢ ਦਿਓਗੇ, ਕੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਤੁਸੀਂ ਕੀ ਕਹੋਗੇ, ਉਹਨਾਂ ਦਾ ਜਨਮ ਬਿਹਾਰ ਦਾ ਸੀਗਾ, ਇਸ ਤਰ੍ਹਾਂ ਇਹਨੂੰ ਉਧਰ ਜੋੜਿਆ ਜਾ ਰਿਹਾ। ਨਾਲੇ ਇਹਦੇ ਨਾਲ ਇਸ ਜਿਹੜਾ ਚੰਨੀ ਸਾਹਿਬ ਨੇ ਬਿਆਨ ਦਿੱਤਾ, ਇਹਦੇ ਨਾਲ ਕਾਂਗਰਸ ਨੂੰ ਵੀ ਇੱਕ ਵੱਡਾ ਝਟਕਾ ਯੂਪੀ ਦੀਆਂ ਇਲੈਕਸ਼ਨ ਦੇ ਵਿੱਚ ਲੱਗਣਾ, ਕਿਉਂਕਿ ਉੱਥੇ ਪ੍ਰਿਯੰਕਾ ਗਾਂਧੀ ਨਾਲ ਖੜੇ ਸੀ, ਉਧਰ ਸਟਾਰ ਪ੍ਰਚਾਰਕ ਨੇ, ਉਹ ਪ੍ਰਚਾਰ ਕਰਦੇ ਨੇ। ਇਸ ਤਰ੍ਹਾਂ ਇਸ ਨੂੰ ਦੇਖਿਆ ਜਾ ਰਿਹਾ। ਪਰ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਆਪਣੇ ਆਪ 'ਚ ਵੱਡੀ ਅਹਿਮੀਅਤ ਰੱਖਦਾ। ਸੁਖਵਿੰਦਰ, ਇਹ ਤੇ ਚੰਨੀ ਨੂੰ ਸੋਚਣਾ ਚਾਹੀਦਾ ਸੀ। ਚੰਨੀ ਨੇ ਆਪਣੀ ਛੋਟੀ ਸੋਚ ਦਾ ਸਬੂਤ ਦਿੱਤਾ। ਲੋਕ ਪ੍ਰਾਈਵੇਟਲੀ ਕੈਜੂਅਲੀ ਬਹੁਤ ਗੱਲਾਂ ਕਰਦੇ ਆ, ਪਰ ਤੁਸੀਂ ਇੱਕ ਚੀਫ ਮਿਨਿਸਟਰ ਹੈ, ਜ਼ਿੰਮੇਵਾਰ ਬੰਦੇ ਆ, ਪਬਲਿਕਲੀ ਕੋਈ ਵੀ ਇਹੋ ਜਿਹੀ ਜਿਹੜੀ ਗੱਲ ਕਹਿਣੀ, ਉਹ ਵੀ ਉਹਨਾਂ ਦਿਨਾਂ 'ਚ ਜਦੋਂ ਚੋਣਾਂ ਹੋ ਰਹੀਆਂ ਹੋਣ, ਉਹ ਵੀ ਜਿੱਥੇ ਯੂਪੀ ਨੂੰ ਸਿੱਧਾ ਇਹਦਾ ਲਾਹਾ ਹੋ ਸਕਦਾ।
ਲੋਕ ਤੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਬੀਜੇਪੀ ਦੀ ਸਪੋਰਟ ਕਰਨ ਲਈ ਚੰਨੀ ਨੇ ਇਹੋ ਜਿਹਾ ਕੀਤਾ, ਕਿਉਂਕਿ ਲੋਕਾਂ ਨੂੰ ਇੰਝ ਲੱਗੂਗਾ। ਕੌਣ ਕਹੂਗਾ ਕਿ ਚੰਨੀ ਜਿਹੜਾ ਇੰਨੀ ਵੀ ਉਹਨੂੰ ਮੱਤ ਨਹੀਂ ਹੈਗੀ ਕਿ ਇਹੋ ਜਿਹਾ ਬਿਆਨ ਇਹੋ ਜਿਹੇ ਹਾਲਾਤਾਂ 'ਚ ਸੈਂਸਿਟਿਵ ਬਿਆਨ ਨਹੀਂ ਦੇਣਾ ਚਾਹੀਦਾ। ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਇਹ ਬਿਆਨ ਕਾਂਗਰਸ ਨੂੰ ਤੇ ਵੈਸੇ ਹੀ ਪਹਿਲਾਂ ਹੀ ਡਾਵਾਡੋਲ, ਜਿੰਨਾ ਇੱਕ ਦੂਜੇ ਤੇ ਚਿੱਕੜ ਉਛਾਲੀ, ਲੱਤ ਵੱਢ ਪੈਰ ਵੱਢ, ਕੋਈ ਤੇ ਕਿਸੇ ਇੱਕ ਦੂਜੇ ਦੇ ਘਵਾੜਾ ਮਾਰ ਰਿਹਾ, ਜਿਹਦੇ ਕੋਲ ਕੋਈ ਮਾਰਦਾ ਨਹੀਂ, ਉਹ ਆਪ ਹੀ ਆਪਣਾ ਪੈਰ, ਜਿਸ ਤਰ੍ਹਾਂ ਮੈਂ ਕਹਿੰਦਾ ਪਹਿਲਾਂ ਦੱਸਿਆ ਸੀ, ਆਪ ਹੀ ਆਪਣਾ ਪੈਰ ਘਵਾੜੇ ਤੇ ਮਾਰ ਲੈਂਦਾ, ਕਹਿੰਦਾ ਮੈਂ ਵੀ ਨਹੀਂ ਪਿੱਛੇ ਰਹਿਣਾ। ਕੁਛ ਹਾਂ, ਚੰਨੀ ਨੇ ਘਵਾੜੇ ਤੇ ਪੈਰ ਮਾਰਿਆ ਤੇ ਬਾਕੀ ਸਿੱਧੂ ਤੇ ਇੱਕ ਦੂਜੇ ਨੂੰ, ਮਨੀਸ਼ ਤਿਵਾੜੀ, ਹੋਰ ਸਾਰੇ ਲੱਗੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ। ਮਨੀਸ਼ ਤਿਵਾੜੀ ਦੇ ਫਿਰ ਰੋਜ਼ ਬਿਆਨ ਸੁਣ ਲਓ ਕਿ ਜਿਹੇ ਪੁੱਠੇ ਸਿੱਧੇ ਆ ਰਹੇ ਆ। ਇਹ ਹਾਲਾਤਾਂ ਦੇ ਵਿੱਚ ਜਦੋਂ ਪਹਿਲਾਂ ਹੀ ਅੰਦਰ ਇਹੋ ਜਿਹਾ ਹੋਵੇ, ਤੁਸੀਂ ਹੋਰ ਬਲਦੀ ਦੇ ਥੋੜਾ ਜਿਹਾ ਪੈਟਰੋਲ ਦੀ ਸ਼ੀਸ਼ੀ ਸੁੱਟ ਦਿਓ ਤੇ ਉਹਦਾ ਸੇਕ ਕਿਹਨੂੰ ਲੱਗਣਾ? ਕਾਂਗਰਸ ਨੂੰ ਲੱਗਣਾ। ਪਰ ਮੈਨੂੰ ਪ੍ਰਧਾਨ ਮੰਤਰੀ ਦੀ ਨਹੀਂ ਸਮਝ ਆਉਂਦੀ ਕਿ ਪ੍ਰਧਾਨ ਮੰਤਰੀ ਇੱਕ, ਠੀਕ ਹੈ, ਉਸ ਪਾਰਟੀ ਦੇ ਵੱਡੇ ਲੀਡਰ ਹੈਗੇ ਆ ਤੇ ਸਾਡੇ ਪ੍ਰਧਾਨ ਮੰਤਰੀ ਵੀ ਹੈਗੇ, ਜਿੱਥੇ ਸਵਾਏ ਕਮਿਊਨਲ ਵਾਇਰਸ ਤੋਂ, ਕੋਵਿਡ ਵਾਂਗੂ ਹੈ ਨਾ, ਕਰੋਨਾ ਵਾਇਰਸ ਵਾਂਗੂ, ਉੱਥੇ ਇੱਕੋ ਹੀ ਗੱਲਾਂ ਚੱਲਦੀਆਂ, ਜਾਤ ਮਜ਼ਹਬ, ਜਾਤ ਮਜ਼ਹਬ, ਇਹੋ ਹੀ ਬੋਲੀ, ਜਾਤ ਮਜ਼ਹਬ, ਇਹੋ ਜਿਹਾ ਕੁਝ ਚੱਲਦਾ। ਉਹਨਾਂ ਨੂੰ ਤੇ ਬੜਾਸ਼ਾਂ ਖਿੜ ਗਈਆਂ ਉਹਨਾਂ ਦੀਆਂ, ਭਈ ਲੈ ਹੁਣ ਮਾਲ ਮਿਲ ਗਿਆ ਮੋਟਾ ਇੱਥੇ ਇਲੈਕਸ਼ਨਾਂ ਦੇ ਵਿੱਚ ਪਾਉਣ ਲਈ, ਤੇ ਉਹੀ ਕਰ ਦਿੱਤਾ। ਉਹਨਾਂ ਨੂੰ ਇਹ ਚੇਤਾ ਨਹੀਂ ਆਇਆ ਕਿ ਸਿੱਖੀ ਕੀ ਹੈਗੀ। ਸਿੱਖਾਂ ਦੇ ਜਿਹੜੇ 5 ਪਿਆਰੇ ਸੀ ਕਿੱਥੋਂ ਕਿੱਥੋਂ ਆਏ ਸੀ? ਸਾਰੇ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਸੀ। ਇਸ ਲਈ ਸਿੱਖੀ ਇਸ ਤਰ੍ਹਾਂ ਦੀ ਨਹੀਂ ਹੈ, ਜਾਂ ਪੰਜਾਬੀਅਤ ਇਸ ਤਰ੍ਹਾਂ ਦੀ ਨਹੀਂ ਹੈ। ਤੁਸੀਂ ਸਾਨੂੰ ਕਿਉਂ ਚੇਤਾ ਕਰਾਉਂਦੇ ਆ ਵੀ ਅਸੀਂ ਸਿਰਫ ਪੰਜਾਬ ਦੇ ਹੀ ਪੰਜਾਬੀਅਤ ਹੈਗੀ ਆ? ਜਿਹੜੀ ਸਿੱਖੀ ਦਾ ਫਲਸਫਾ ਆ ਉਹ ਗਲੋਬਲ ਆ, ਉਹ ਵਿਸ਼ਵ ਰੂਪੀ ਹੈ, ਉਹ ਮਾਨਵਵਾਦੀ ਹੈ। ਉਹ ਜਿੱਥੇ ਜਿੱਥੇ ਮਨੁੱਖ ਹੈਗਾ ਉੱਥੇ ਉੱਥੇ ਉਹਦਾ ਅਸਰ ਹੈਗਾ। ਕਿੱਥੇ ਪਟਨਾ ਜਾਂ ਯੂਪੀ ਜਾਂ ਬਿਹਾਰ, ਇਹਦਾ ਕੋਈ ਅਰਥ ਨਹੀਂ ਹੈਗਾ। ਮੋਦੀ ਜੀ ਇੰਜ ਵੰਡੀਆਂ ਪਾ ਕੇ, ਹਮਾ ਤਮਾ ਕਰਕੇ ਵੋਟਾਂ ਲਈ ਇਹਨੇ ਨਿਮਾਣਾ ਤੇ ਉੱਤਰ ਆਉਣਾ, ਸਾਨੂੰ ਦੁੱਖ ਲੱਗਦਾ। ਜੇ ਇੱਕ ਗਲਤੀ ਕਰਦਾ, ਤੁਸੀਂ ਉਹਦੇ ਚੀਫ ਮਿਨਿਸਟਰ ਹੈ, ਜੇ ਉਹਦੇ ਕੋਲ ਗਲਤੀ ਹੋ ਗਈ, ਤੁਸੀਂ ਉਹ ਜੇ ਉਹਨੇ ਕਿਤੇ ਮਾਰਤੀ ਪਿੰਨ ਤੇ ਤੁਸੀਂ ਅੱਗੇ ਹੋਰ ਚਾਕੂ ਲੈ ਕੇ ਉਹਨੂੰ ਚੇੜਨ ਲੱਗੇ ਆ, ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਸਾਰੇ ਲੋਕ ਸਮਝਦੇ ਹੈਗੇ ਇਹੋ ਜਿਹੀਆਂ ਗੱਲਾਂ ਦਾ ਫਾਇਦਾ ਲੈਣਾ, ਲਾਹਾ ਲੈਣਾ ਇੱਕ ਨੀਵਾਂਪਣ ਹੈਗਾ। ਕੋਈ ਸਿਆਣਪ ਤੇ ਉੱਚਾਪਣ ਪ੍ਰਧਾਨ ਮੰਤਰੀ ਦੇ ਰੁਤਬੇ ਨੂੰ ਸੋਭਦਾ ਨਹੀਂ। ਪਰ ਮੈਂ ਜਦੋਂ ਵੀ ਦੇਖਦਾ, ਪਤਾ ਨਹੀਂ ਕੀ ਗੱਲ, ਮੈਂ ਤੈਨੂੰ ਆਪਣੇ ਦਿਲ ਦੀ ਗੱਲ ਦੱਸਣ ਲੱਗਾ, ਜਿਸ ਢੰਗ ਦੀ ਉਹਨਾਂ ਦੀ ਟੋਨ ਤੇ ਟੈਨਰ ਹੁੰਦਾ, ਐਂ ਕਰਕੇ, ਓਏ ਮੈਂ ਕਿਹਾ ਸੀ, ਉਹ ਕਿੱਥੇ ਗਏ, ਇਹ ਜਿਹੜੀ ਟੋਨ ਟੈਨਰ ਆ ਨਾ, ਇਹ ਇੰਨਾ ਜ਼ਿਆਦਾ ਮਤਲਬ ਇੱਕ ਪ੍ਰਧਾਨ ਮੰਤਰੀ ਨੂੰ ਨਹੀਂ ਸੋਭਦਾ। ਪ੍ਰਧਾਨ ਮੰਤਰੀ ਸਹਿ ਸੁਭਾਅ ਗੱਲ ਕਰੇ, ਉਹਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਤੁਸੀਂ ਸਾਰਿਆਂ ਨੂੰ ਸਵੇਰੇ ਹੀ ਜਣੇ ਨਾ ਤਰਕਸ਼ ਭਰ ਕੇ ਤੀਰਾਂ ਦਾ, ਉਹਨੂੰ ਮਾਰ ਉਹਨੂੰ ਮਾਰ, ਔਰ ਜੇ ਉਹਦੇ ਅੱਗੇ ਤੀਰ ਦੇ ਜ਼ਹਿਰ ਵੀ ਲਾਉਂਦੇ, ਥੋੜੀ ਜਿਹੀ ਜ਼ਹਿਰ ਲਾ ਕੇ ਛੱਡਦੇ ਆ, ਕਿ ਤੁਹਾਨੂੰ ਰਾਤ ਨੂੰ ਨੀਂਦ ਕਿਵੇਂ ਆਉਂਦੀ ਆ? ਆਪਾਂ ਇਨਸਾਨ ਆ, ਦੇਸ਼ ਵਾਸੀ ਆ, ਸਾਡੇ ਸਾਰੇ ਭੈਣ ਭਰਾ ਆ। ਠੀਕ ਆ, ਪਾਰਟੀਆਂ ਲੱਗ ਗਿਆ, ਤੁਸੀਂ ਆਪਣਾ ਜਮਾਓ, ਪੰਜਾਬੀ ਆਪਣਾ ਜਮਾਉਣਗੇ ਜਾਂ ਪੰਜਾਬ ਦੀਆਂ ਪਾਰਟੀਆਂ ਆਪਣਾ ਜਮਾਉਣਗੀਆਂ। ਪਰ ਜਿਸ ਕਿਸਮ ਨਾਲ ਸਟਾਇਰ ਕਰਕੇ, ਟਾਰਗੇਟ ਕਰਕੇ, ਉਹਨਾਂ ਦੀ ਭਾਸ਼ਾ, ਮਾਈਂਡ ਸੈਟ ਹੀ ਇੰਜ ਹੋ ਗਿਆ ਕਿ ਉਹ ਸ਼ਾਂਤੀ ਨਾਲ ਇੱਕ ਲੈਵਲ ਪਲੇਇੰਗ ਫੀਲਡ ਤੇ ਲੈਵਲਡ ਗੱਲ ਨਹੀਂ ਕਰਦੇ ਹੈ, ਟਾਰਗੇਟ ਕਰਕੇ ਕਰਦੇ, ਹਿੱਟ ਕਰਕੇ ਕਰਦੇ। ਮੋਦੀ ਜੀ ਇਹ ਬਹੁਤਾ ਦੇਰ ਨਹੀਂ ਚੱਲੂਗਾ। ਇਹ ਸਮਝੋ, ਆਪਣੇ ਆਪ ਨੂੰ ਮੈਂਡ ਕਰੋ, ਔਰ ਕਦੀ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਕਰਨੀਆਂ। ਪੰਜਾਬੀ ਜਿਹੜੇ ਆ ਉਹ ਜੀਵਨ ਜਿਹੜਾ ਸਾਰਿਆਂ ਨੂੰ ਕਲਾਵੇ 'ਚ ਲੈ ਕੇ ਜੀਂਦੇ ਆ, ਔਰ ਸਾਰੀ ਦੁਨੀਆ ਨੂੰ ਆਪਣਾ ਸਮਝਦੇ ਆ ਤੇ ਦੁਨੀਆ ਦੇ ਨਾਲ ਰਲ ਕੇ ਚੱਲਦੇ ਆ। ਉਹਨਾਂ ਦੇ ਦਿਲਾਂ ਦੀਆਂ ਗਹਿਰਾਈਆਂ ਤੋਂ ਉਹ ਅਪਣਾਉਂਦੇ ਆ। ਸਭ ਜਿੱਥੇ ਵੀ ਜਾਂਦੇ ਆ, ਜਾ ਕੇ ਕੈਨੇਡਾ 'ਚ ਦੇਖੋ ਕਿਤਨਾ ਮਿਨਿਸਟਰ ਬਣੇ ਹੋਏ ਆ। ਇਸ ਤਰ੍ਹਾਂ ਤੁਸੀਂ ਕਿਉਂ ਵੰਡੀਆਂ ਪਾਉਂਦੇ ਆ ਕਿ ਕੌਣ ਕਿੱਥੇ ਕੌਣ ਕਿੱਥੇ? ਤੁਸੀਂ ਦੇਸ਼ ਨੂੰ ਇਕੱਠਾ ਕਰੋ, ਨੇੜੇ ਲਿਆਓ, ਨਫ਼ਰਤਾਂ ਦੇ ਬੀਜ ਨਾ ਬੀਜੋ। ਇਹ ਸਾਡੀ ਬੇਨਤੀ। ਬਿਲਕੁਲ ਬਿਲਕੁਲ। ਮੈਂ ਫਿਰ ਬਦਲਾਅ ਵਾਲੀ ਗੱਲ ਤੇ ਆਵਾਂ ਕਿ ਲੋਕਾਂ ਦੇ ਮਨਾਂ 'ਚ ਫਿਰ ਉਹੀ ਸਵਾਲ ਰਹਿ ਰਿਹਾ ਕਿ ਬਦਲਾਅ ਕਿੱਦਾਂ ਦਾ ਚਾਹੀਦਾ? ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਜਿਹੜੇ ਬਦਲਾਅ ਨੂੰ ਲੋਕ ਮੰਗਦੇ ਨੇ ਉਹ ਅਸੀਂ ਦਿਆਂਗੇ। ਸੰਯੁਕਤ ਸਮਾਜ ਮੋਰਚਾ ਕਿਸਾਨ ਕਹਿੰਦੇ ਕਿ ਅਸੀਂ ਉਹ ਬਦਲਾਅ ਦਿਆਂਗੇ। ਇਹਨਾਂ ਦੋਨਾਂ ਦੀ ਥੋੜੀ ਚਰਚਾ, ਉਸ ਤੋਂ ਬਾਅਦ ਅਕਾਲੀ ਦਲ ਤੇ ਆਵਾਂਗੇ। ਦੇਖੋ, ਜਿਹੜਾ ਤੇ ਹੈਗਾ ਝਾੜੂ ਵਾਲੇ, ਯਾਨੀ ਆਮ ਆਦਮੀ ਪਾਰਟੀ, ਉਹ ਕੀ ਨਾ ਕੁਮਾਰ ਵਿਸ਼ਵਾਸ,
ਉਹਨੇ ਅੱਜ ਧਮਕੀ ਦਿੱਤੀ ਆ ਕੇਜਰੀਵਾਲ ਨੂੰ, ਪਹਿਲਾਂ ਵੀ ਕਿਹਾ ਸੀ। ਕੀ ਲੈ ਕੇ ਚੱਲੇ ਸੀ, ਕਿੱਥੇ ਪਹੁੰਚੇ? ਤੁਸੀਂ ਮੇਰੇ ਨਾਲ ਓਪਨ ਡਿਬੇਟ ਕਰੋ ਕੇਜਰੀਵਾਲ ਜੀ, ਕਿਉਂਕਿ ਉਹ ਫਾਊਂਡਰਾਂ ਵਿੱਚੋਂ ਹੈ। ਉਹਨਾਂ ਨੂੰ ਦੁੱਖ ਹੁੰਦਾ, ਜਿਵੇਂ ਸਾਨੂੰ ਹੁੰਦਾ, ਜਿਵੇਂ ਜੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਸ਼ਾਂਤੀ ਭੂਸ਼ਣ, ਸਾਰਿਆਂ ਹੋਰਨਾਂ ਲੋਕਾਂ ਨੂੰ ਦੁੱਖ ਹੁੰਦਾ ਇਸ ਗੱਲ ਦਾ ਕਿ ਤੁਸੀਂ ਇਸ ਦੇਸ਼ ਦੇ ਵਿੱਚ ਸਵਰਾਜ ਲਈ ਆਏ ਸੀ, ਤੁਸੀਂ ਇਸ ਦੇਸ਼ ਦੇ ਵਿੱਚ ਲੋਕ ਰਾਜ ਲਈ ਆਏ ਸੀ, ਤੇ ਪਾਰਟੀ ਦਾ ਕੀ ਬਣਾਤਾ? ਪਾਰਟੀ ਬਣ ਨਹੀਂ ਦਿੰਦੇ, ਇੱਕ ਆਦਮੀ ਦਾ ਰਾਜ ਕਰੋਗੇ, ਡਿਕਟੇਟਰਸ਼ਿਪ ਲੈ ਕੇ ਆਓਗੇ। ਇਸ ਲਈ ਪਹਿਲੀ ਗੱਲ ਤੇ ਇਹ ਹੈ ਕਿ ਸੱਤਾ ਦਾ ਇੰਨਾ ਕੇਂਦਰੀਕਰਨ ਤੇ ਇੱਕ ਸ਼ਖਸੀ ਨਿੱਜੀ ਕਲਟ ਬਣਾ ਕੇ ਤੁਸੀਂ ਮੈਦਾਨ 'ਚ ਉਤਰਦੇ, ਕਿਹੜਾ ਬਦਲਾਅ ਆਇਆ? ਇਹ ਤੇ ਖਤਰਨਾਕ ਟ੍ਰੈਂਡ ਆ, ਬਹੁਤ ਜ਼ਿਆਦਾ ਖਤਰਨਾਕ, ਕਿ ਜੇ ਕੇਜਰੀਵਾਲ ਦੀ ਚਮਚੀ ਮਾਰੋਗੇ ਤਾਂ ਸਭ ਅੱਛਾ, ਜੇ ਕੇਜਰੀਵਾਲ ਨੂੰ ਸਵਾਲ ਕਰੋਗੇ ਤੇ ਸਭ ਮਾੜਾ। ਇਸ ਤਰੀਕੇ ਦਾ ਜਿਹੜੀ ਸੋਚ ਤੇ ਜਿਹੜਾ ਰਾਜਨੀਤਿਕ ਫਰੇਮਵਰਕ ਹੈ ਜਿਹਦੇ 'ਚ ਸਾਰੀ ਆਮ ਆਦਮੀ ਪਾਰਟੀ ਚੱਲ ਰਹੀ ਆ, ਉਹ ਮੋਦੀ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਰਹੀ ਗੱਲ ਇਹਨਾਂ ਦੇ ਮੈਨੀਫੈਸਟੋ ਦੀ, ਕਿਹੜਾ ਮੈਨੀਫੈਸਟੋ ਦਿੱਤਾ, ਕੀ ਪ੍ਰੋਗਰਾਮ ਦਿੱਤਾ? ਗਰੰਟੀਆਂ। ਤੇ ਉਹ ਗਰੰਟੀਆਂ ਜਿਹੜੀਆਂ ਸਾਨੂੰ ਦੇ ਰਹੇ ਆ, ਤੁਸੀਂ ਦਿੱਲੀ ਦੇ ਲੋਕਾਂ ਨੂੰ ਕਿਉਂ ਨਹੀਂ ਦਿੰਦੇ? ਦੋ ਨਾ ਗਰੰਟੀਆਂ ਸਾਰੀਆਂ। ਤੁਸੀਂ ਸਿਹਤ, ਤੁਸੀਂ ਕਹਿੰਦੇ ਸਸਤੀ ਬਿਜਲੀ ਦੇਵਾਂਗੇ, ਆਪਣੀ ਦਿੰਦੇ ਆ ਤੁਸੀਂ 2200 ਕਰੋੜ ਦੀ ਸਬਸਿਡੀ, ਅਸੀਂ ਦਿੰਦੇ ਆ 14,000 ਕਰੋੜ ਦੀ ਸਬਸਿਡੀ। ਤੁਸੀਂ ਆਪਣੇ, ਤੁਹਾਡੇ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਾਂ 'ਚ ਜਾ ਰਹੇ ਆ, ਸਾਡੇ ਬੱਚੇ ਸਕੂਲਾਂ ਦੇ ਵਿੱਚ ਦੁਬਾਰਾ ਗਵਰਨਮੈਂਟ ਸਕੂਲਾਂ 'ਚ ਆ ਰਹੇ ਆ, ਕੁਝ ਚੰਗਾ ਹੀ ਦਿੰਦੇ ਹੋਵਾਂਗੇ ਤੇ ਆ ਰਹੇ ਆ। ਤੁਸੀਂ ਆਪਣੇ ਟੀਚਰ ਪੀਪਲ ਰੇਸ਼ੋ ਦੇਖੋ, ਸਾਡੇ ਜਿਹੜੇ ਟੀਚਰ ਪਰ ਟੀਚਰ ਕਿੰਨੇ ਬੱਚੇ ਆਉਂਦੇ ਉਹ ਦੇਖ ਲਓ, ਤੁਸੀਂ ਆਪਣਾ ਰਿਜ਼ਲਟ ਦੇਖੋ, ਅਸੀਂ ਆਪਣਾ ਰਿਜ਼ਲਟ ਦੇਖ ਲੈਨੇ, ਕੁਛ ਤੇ ਦੇਖੋ। ਤੁਸੀਂ ਸਾਡੇ ਰੈਗੂਲਰ ਟੀਚਰ ਕਿੰਨੇ ਆ ਤੇ ਤੁਹਾਡੇ ਕਿੰਨੇ ਰੈਗੂਲਰ ਉਹ ਵੀ ਦੇਖ ਲਓ। ਕਿਹੜੇ ਮਾਡਲਾਂ ਦੀ ਤੁਸੀਂ ਗੱਲ ਕਰਦੇ? ਸਿਹਤ ਦਾ ਤੇ ਮੈਂ ਇੱਕੋ ਹੀ ਕਹਿ ਦੂੰਗਾ ਕਿ ਜਦੋਂ ਕੋਵਿਡ ਆਇਆ, ਇਹਨਾਂ ਨੇ ਬਾਹਰ ਦੇ ਦੇਸ਼ ਦੇ ਪੇਸ਼ੈਂਟ ਲੈਣੇ ਬੰਦ ਕਰਤੇ ਤੇ ਪੰਜਾਬ ਨੇ ਦਿੱਲੀ ਦੇ ਪੇਸ਼ੈਂਟਾਂ ਨੂੰ ਇੱਥੇ ਐਡਮਿਟ ਕੀਤਾ ਸੀ। ਮੈਂ ਪਹਿਲਾਂ ਵੀ ਇੱਕ ਵਾਰੀ ਇਹ ਗੱਲ ਕਹੀ ਸੀ। ਔਰ ਜਿਸ ਤਰੀਕੇ ਨਾਲ ਜਰਨੈਲ ਸਿੰਘ ਆਕਸੀਜਨ ਦੀ ਅਣਹੋਂਦ ਦੇ ਕਰਕੇ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ, ਇਹਨਾਂ ਦੇ ਐਮਐਲਏ ਸੀ, ਜੇ ਇਹ ਆਪਣਿਆਂ ਨੂੰ ਹੀ ਨਹੀਂ ਸਾਂਭ ਸਕੇ ਤਾਂ ਫਿਰ ਬਾਕੀਆਂ ਦੀ ਕੀ ਗੱਲ ਕਰਨੀ? ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਕਿਸਮ ਦੀ ਪੰਜਾਬੀ ਦੀ ਲੈ ਲਓ, ਭਾਸ਼ਾ ਦਾ ਲਾ ਲਓ, ਦਿੱਲੀ ਦੇ ਵਿੱਚ 1800 ਟੀਚਰ ਸੀ ਪੰਜਾਬੀ, ਕਹਿੰਦੇ ਸੀ ਮੈਂ ਸਾਰਿਆਂ ਨੂੰ ਪੱਕੇ ਕਰ ਦੂੰ, ਅੱਜ ਵੀ ਕੱਚੇ ਆ, 800 ਰਹਿ ਗਏ ਆ। ਇਹ ਜਿਹੜੀਆਂ ਸਾਰੀਆਂ ਗੱਲਾਂ ਆ, ਇਹ ਕਹਿਣਾ ਹੋਰ, ਬਦਲਾਅ ਹੋਰ। ਹਾਂ, ਇੱਕ ਗੱਲ ਜ਼ਰੂਰ ਹੈਗੀ ਆ ਕਿ ਇਹੋ ਜਿਹੇ ਵਾਅਦੇ ਕਰਕੇ ਕਿ ਮੈਂ ਆਹ 1000 ਰੁਪਇਆ ਦੇ ਦੂੰਗਾ ਤੇ ਮੈਂ ਫਲਾਨਾ ਕਰ ਦੂੰਗਾ, ਜਿੰਨੀਆਂ ਗੱਲਾਂ ਮੈਂ ਸਾਰੀਆਂ ਦੱਸੀਆਂ, ਇਹੋ ਜਿਹੀ ਉਹਨਾਂ ਨੇ ਗਰੰਟੀਆਂ ਦਿੱਤੀਆਂ। ਇਹ ਗਰੰਟੀਆਂ ਲੋਕ ਬਿਨਾਂ ਉਹਨੂੰ ਕੋਖਿਆਂ ਪਰਖਿਆਂ, ਬਿਨਾਂ ਉਹਦੀ ਪੋਸੀਬਿਲਿਟੀ ਦੇਖਿਆ ਇੱਕ ਵਾਰੀ ਜ਼ਰੂਰ ਚਾਂਬਲ ਜਾਂਦੇ ਜਾਂ ਪਚੜਾਏ ਜਾਂਦੇ ਆ। ਉਹ ਕਾਰਨ ਉਹਦਾ ਇਹ ਹੈ ਕਿ ਲੋਕ ਸਤਾਏ ਇੰਨੇ ਜ਼ਿਆਦਾ ਆ। ਇਹ ਖੁਦ ਸ਼੍ਰੋਮਣੀ ਅਕਾਲੀ ਦਲ ਨੂੰ, ਬੀਜੇਪੀ ਨੂੰ ਤੇ ਕਾਂਗਰਸ ਨੂੰ ਸੋਚਣਾ ਚਾਹੀਦਾ ਕਿ ਤੁਹਾਡੀਆਂ ਨਾਕਾਮੀਆਂ, ਤੁਹਾਡੇ ਫੇਲਰ, ਉਹ ਕੇਜਰੀਵਾਲ ਨੂੰ ਕਾਮਯਾਬ ਕਰ ਰਿਹਾ, ਨਾ ਕਿ ਕੇਜਰੀਵਾਲ ਦੇ ਵਿੱਚ ਕੋਈ ਉਹ ਨਵਾਂ ਚੰਦ ਦੇਖ ਰਹੇ ਆ ਜਿਹੜਾ ਚੰਨੀ 'ਚ ਨਹੀਂ ਹੈਗਾ, ਕਿ ਉੱਥੋਂ ਰੋਸ਼ਨੀ ਮਿਲੂਗੀ ਤੇ ਪੂਰਨਮਾਸ਼ੀ ਦਾ ਚੰਦ ਇੱਥੇ ਚੜੂਗਾ। ਉਹ ਕੁਛ ਨਹੀਂ ਹੈ। ਉਹ ਚੰਦ ਚੜ੍ਹਨਾ ਜਿਹੜਾ ਕਹਿੰਦੇ ਨਾ, ਉਹੋ ਜਿਹਾ ਚੰਦ ਚੜੂਗਾ ਸਰਕਾਰ ਦੇ ਤੌਰ ਤੇ। ਜਿੱਥੋਂ ਤੱਕ ਸਾਡੇ ਤਾਂ ਬੜਾ ਸਿੰਪਲ ਹੈਗਾ, 25 ਨੁਕਤੇ ਦਿੱਤੇ ਆ ਗਵਰਨੈਂਸ ਦਾ। ਜਿੱਥੋਂ ਤੱਕ ਅਸੀਂ ਕਿਹਾ ਆ, ਪਹਿਲਾਂ ਵੀ ਦੱਸਿਆ ਸੀ ਇੱਕ ਦਿਨ ਮੈਂ, ਕਿ ਅਸੀਂ ਐਮਐਲਏ ਨੂੰ ਚਾਹੁੰਦੇ ਹਾਂ ਕਿ ਉਹਨਾਂ ਦੀ ਇੱਕੋ ਹੀ ਪੈਨਸ਼ਨ ਹੋਵੇ ਤੇ ਇੱਕ ਤਨਖਾਹ ਹੋਵੇ, ਤੇ ਜਦੋਂ ਤਨਖਾਹ ਲੈ ਰਹੇ ਪੈਨਸ਼ਨ ਨਹੀਂ ਮਿਲੂਗੀ, ਪੈਨਸ਼ਨ ਇੱਕੋ ਹੀ ਮਿਲੂਗੀ। 5-5 ਪੈਨਸ਼ਨਾਂ ਕਾਹਦੀਆਂ ਬਈ? ਦੂਜੀ ਗੱਲ, ਉਹ 90 ਦਿਨ ਜਾ ਕੇ ਅਸੈਂਬਲੀ 'ਚ ਕੰਮ ਕਰਨ, ਲੋਕਾਂ ਦੇ ਮਸਲੇ ਸੁਣਨ, ਉੱਥੇ ਡਿਸਕਸ ਕਰਨ ਔਰ ਲੋਕਾਂ ਦੀ ਸੁਣਵਾਈ ਹੋਵੇ, ਮੀਡੀਆ ਨੂੰ ਜਵਾਬਦੇਹ ਹੋਵੇ। ਇਸੇ ਤਰੀਕੇ ਨਾਲ ਅਸੀਂ ਇਹ ਵੀ ਗੱਲ ਕਹਿੰਦੇ ਹਾਂ ਕਿ 75% ਐਮਐਲਏਆਂ ਦੀ ਉੱਥੇ ਹਾਜ਼ਰੀ ਹੋਵੇ। ਇਸ ਕਿਸਮ ਦੀਆਂ ਗੱਲਾਂ ਕਿਹਨੇ ਆਪਣੇ ਮੈਨੀਫੈਸਟੋ 'ਚ ਲਿਖੀਆਂ? ਇਹ ਰਹੀ ਸਾਡੀ ਗੁੱਡ ਗਵਰਨੈਂਸ ਦੀ ਗੱਲ। ਸਾਡੇ ਬੰਦੇ, ਸਾਡੇ ਜਿਹੜੇ ਬਹੁਤ ਸਾਰੇ ਕੈਂਡੀਡੇਟ ਐਫੀਡੈਵਿਟ ਲਿਖ ਕੇ ਦੇ ਰਹੇ ਆ ਕਿ ਅਸੀਂ ਕੋਈ ਤਨਖਾਹ ਨਹੀਂ ਲਵਾਂਗੇ। ਆ ਜਾ ਕੇ ਸੁਨਾਮ ਦਾ ਸਾਡਾ ਕੈਂਡੀਡੇਟ ਦੇਖ ਲਓ, ਸ਼ਤਰਾਣਾ ਦਾ, ਮੈਂ ਖੁਦ ਦੇਖ ਕੇ ਆਇਆ ਜਿੱਥੇ ਐਫੀਡੈਵਿਟ ਮੀਡੀਆ ਨੂੰ ਜਾਰੀ ਕਰਤਾ ਕਿ ਜਿੰਨੇ ਪੈਸੇ ਸਾਨੂੰ ਮਿਲਣਗੇ ਸਰਕਾਰ ਤੋਂ ਲਵਾਂਗੇ ਤਨਖਾਹ ਜਾਂ ਪੈਨਸ਼ਨ ਮਿਲੂਗੀ, ਅਸੀਂ ਸਾਰੇ ਲੋਕਾਂ ਤੇ ਲਾ ਦਾਂਗੇ। ਰਹੀ ਗੱਲ ਐਗਰੀਕਲਚਰ ਦੀ, ਉਹ ਡਿਟੇਲ ਸਾਡਾ ਅਸੀਂ ਮਾਡਲ ਦਿੱਤਾ ਕਿ ਕਿਵੇਂ ਉਸ ਦੀ
ਪ੍ਰੋਡਕਟ ਨੂੰ ਸਿੱਧਾ ਮਾਰਕੀਟ ਚ ਲਿਜਾਣ ਦੀ ਜਗ੍ਹਾ ਪਹਿਲਾਂ ਇੰਡਸਟਰੀ ਛੋਟੀ ਛੋਟੀ ਲਾਈ ਜਾਊਗੀ, ਕੋਆਪਰੇਟਿਵਸ ਹੋਣਗੇ, ਉਹਦੇ ਚ ਪ੍ਰੋਸੈਸ ਕੀਤਾ ਜਾਊਗਾ, ਵੈਲਿਊ ਐਡੀਸ਼ਨ ਕੀਤੀ ਜਾਊਗੀ। ਇਸ ਤਰ੍ਹਾਂ ਰੁਜ਼ਗਾਰ ਬਾਰੇ ਅਸੀਂ ਬੜੀ ਡਿਟੇਲ 9 ਪੁਆਇੰਟ ਦੱਸੇ ਆ। ਇਸ ਤਰ੍ਹਾਂ ਸਿਹਤ ਤੇ ਵਿਦਿਆ ਬਾਰੇ ਤੇ ਬਹੁਤ ਹੀ, ਕਿਉਂਕਿ ਅਸੀਂ ਖੁਦ ਉਹਦੇ ਵਿੱਚ ਇਨਵੋਲਡ ਆ, ਕਿਵੇਂ ਜਿਹੜੀਆਂ ਪ੍ਰਾਈਵੇਟ ਦੁਕਾਨਾਂ ਵੱਡੀਆਂ ਵੱਡੀਆਂ ਖੁੱਲ ਗਈਆਂ, ਬਿਜ਼ਨਸ ਖੁੱਲ ਗਿਆ ਤੇ ਲੋਕਾਂ ਦੇ ਪੈਸੇ ਵੀ ਖਾਈ ਜਾਂਦੇ ਆ ਤੇ ਲੋਕਾਂ ਨੂੰ ਬੇਰੁਜ਼ਗਾਰ ਕਰਕੇ ਕਾਗਜ਼ ਦੇ ਦਿੰਦੇ ਆ ਡਿਗਰੀ ਵਾਲਾ, ਉਹਨਾਂ ਨੂੰ ਸਕਿੱਲ ਜਾਂ ਉਹਨਾਂ ਨੂੰ ਸਸ਼ਕਤ ਮਾਨਸਿਕ ਤੌਰ ਤੇ ਵਿਦਿਆ ਨਹੀਂ ਕੁਆਲਿਟੀ ਮਿਲ ਰਹੀ। ਇਹ ਸਾਰੀਆਂ ਗੱਲਾਂ ਨੂੰ ਰੈਗੂਲੇਟ ਕਿਵੇਂ ਕੀਤਾ ਜਾਏ, ਕਿਵੇਂ ਸਿਸਟਮ ਗਵਰਨਮੈਂਟ ਸਿਸਟਮ ਮਜ਼ਬੂਤ ਕੀਤਾ ਜਾਏ, ਵਾਤਾਵਰਨ ਬਾਰੇ, ਹੋਰ ਪਰਾਲੀ ਬਾਰੇ, ਹਰ ਗੱਲ ਜਿਹੜੀ ਹੈ, ਪਾਣੀ ਦਾ, ਹੋਰ ਦਾ, ਮਸਲਿਆਂ ਦਾ ਸਾਰਾ ਡਿਟੇਲ ਉਹਦੇ ਚ ਅਸੀਂ ਡਿਸਕਸ ਕੀਤਾ। ਪਰ ਇਹ ਸਾਡੀ ਬਿਗਨਿੰਗ ਹੈ ਸੁਖਵਿੰਦਰ, ਅਸੀਂ ਢੰਡੋਰਾ ਕਾਫੀ ਪਿੱਟਿਆ, ਅੱਜ ਤੱਕ ਲੱਗੇ ਹੋਏ ਆ, ਸਾਰੀ ਜਗ੍ਹਾ ਆਪਣੀ ਗੱਲ ਕਹਿ ਰਹੇ ਆ ਤੇ ਸਾਨੂੰ ਪੰਜਾਬ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਇਹਨਾਂ ਗੱਲਾਂ ਤੇ, ਲੋਕ ਵਿਸ਼ਵਾਸ ਕਰ ਰਹੇ ਆ। ਤੇ ਜਿਹੜਾ ਇੱਕ ਸਟੇਜ ਦੇ ਉੱਤੇ ਕੇਜਰੀਵਾਲ ਦਾ ਬੁਖਾਰ ਲੋਕਾਂ ਨੂੰ ਚੜ ਰਿਹਾ ਸੀ, ਉਹ ਹੁਣ ਲੋਕਾਂ ਦੀ ਸਿਹਤ ਅੱਗੇ ਨਾਲੋਂ ਠੀਕ ਆ, ਟੈਂਪਰੇਚਰ ਥੱਲੇ ਆ ਗਿਆ। ਜੀ ਬਿਲਕੁਲ। ਮੈਂ ਅਗਲੇ ਬਦਲਾਅ ਦੇ ਵਿੱਚ ਹੁਣ ਅਕਾਲੀ ਦਲ ਤੇ ਕਾਂਗਰਸ ਨੂੰ ਕਿੱਥੇ ਦੇਖਦੇ ਹੋ? ਅਕਾਲੀ ਦਲ ਵਾਲਿਆਂ ਨੇ ਤਾਂ ਮੈਨੀਫੈਸਟੋ ਜਾਰੀ ਕਰ ਦਿੱਤਾ। ਮੈਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਕਿ 94 ਸਾਲ ਦੀ ਉਮਰ ਹੋ ਗਈ ਹੁਣ ਤੇ ਮੈਂ ਚਾਹੁੰਦਾ ਕਿ ਆਖਰੀ ਸਵਾਸਾਂ ਤੱਕ ਆਪਣੇ ਹਲਕੇ ਦੀ ਸੇਵਾ ਕਰਾਂ। ਲੰਬੀ ਹਲਕੇ 'ਚ ਕਾਫੀ ਪ੍ਰਚਾਰ ਚੱਲ ਰਿਹਾ ਉਹਨਾਂ ਦਾ। ਤੇ ਦੂਜੇ ਬੰਨੇ ਕਾਂਗਰਸ ਵਾਲਿਆਂ ਨੇ ਤਾਂ ਹਾਲੇ ਤੱਕ ਆਪਣਾ ਮੈਨੀਫੈਸਟੋ ਵੀ ਜਾਰੀ ਨਹੀਂ ਕੀਤਾ ਤੇ ਲੋਕ ਉਹਨਾਂ ਦੇ ਬਦਲਾਅ ਨੂੰ ਦੇਖ ਰਹੇ ਨੇ ਕਿ ਪਹਿਲਾਂ ਉਹਨਾਂ ਨੇ ਜਿਹੜੇ 111 ਦਿਨਾਂ ਨੂੰ ਸਿਰਫ ਬਦਲਾਅ ਦੱਸਿਆ, 4.5 ਸਾਲ ਦੀ ਤਾਂ ਗੱਲ ਹੀ ਨਹੀਂ ਕਰਦੇ ਉਹ। ਦੇਖੋ, ਮੈਂ ਨਹੀਂ ਮੰਨਦਾ ਕਿ ਕਾਂਗਰਸ ਕੁਝ ਬਹੁਤ ਕਰ ਸਕਦੀ ਹੈ, ਸੱਚੀ ਗੱਲ ਤੇ ਇਹ ਹੈ। ਕਾਰਨ ਜਿਸ ਕਿਸਮ ਦੇ ਬੰਦੇ ਹੈਗੇ ਅੰਦਰ, ਉਹ ਬੰਦਿਆਂ ਦਾ ਕੋਈ ਮਨਸ਼ਾ ਇਹੋ ਜਿਹੀ ਹੈ ਹੀ ਨਹੀਂ ਕਿ ਅਸੀਂ ਕੁਝ ਦੇਸ਼ ਦਾ ਜਾਂ ਪੰਜਾਬ ਦਾ ਕਰਨਾ। ਤੇ ਜੇ ਉਹ ਤੁਹਾਡੇ ਪ੍ਰੋਗਰਾਮ ਦਾ ਹਿੱਸਾ ਹੀ ਨਹੀਂ, ਕੁਝ ਬੰਦੇ ਸੋਚਦੇ ਵੀ ਹੋਣਗੇ ਪਰ ਉਹਨਾਂ ਦੇ ਹਾਲਾਤ ਇਹੋ ਜਿਹੇ ਹੁੰਦੇ ਆ ਕਿ ਉਹ ਕੁਝ ਕਰ ਨਹੀਂ ਪਾਉਂਦੇ, ਚਾਹੁੰਦੇ ਹੋਏ ਵੀ ਸਿਸਟਮ ਦੇ ਵਿੱਚ ਕਰ ਨਹੀਂ ਪਾਉਂਦੇ। ਬਿਨਾਂ ਪੈਸੇ ਤੋਂ ਕੁਝ ਹੈ ਨਹੀਂ, ਹੋਣਾ ਨਹੀਂ। ਮਨਪ੍ਰੀਤ ਬਾਦਲ ਹੈ ਨਾ 4 ਸਾਲ ਹੁੰਦੀ ਰਹੀ ਤੇ ਫਿਰ ਕਰਨਾ ਕੀ ਸੀ? ਕੀ ਗੰਜੇ ਨੇ ਨਹਾਉਣਾ, ਕੀ ਨਿਚੋੜਨਾ? ਇਹਨਾਂ ਹਾਲਾਤਾਂ 'ਚ ਮੈਨੂੰ ਨਹੀਂ ਬਹੁਤੀ ਉਮੀਦ ਕਾਂਗਰਸ ਤੋਂ ਕਿ ਕੋਈ ਉਹ ਬਦਲਾਅ ਦੀ ਗੱਲ ਉਹ ਕਰਦੇ ਵੀ ਨਹੀਂ ਹੈ, ਨਾ ਉਹਨਾਂ ਤੋਂ ਹੋਣੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਇੱਕ ਐਜ਼ ਰੀਜਨਲ ਪਾਰਟੀ ਸੁਖਵਿੰਦਰ, ਅਸੀਂ ਬੜੀ ਦੇਰ ਤੱਕ ਉਮੀਦ ਕਰਦੇ ਰਹੇ ਕਿ ਪਹਿਲਾਂ ਇਹ ਛੱਡ ਦੇਣ ਬੀਜੇਪੀ ਨੂੰ। ਇਹਨਾਂ ਨਾਲ ਕੋਈ, ਇਹ ਤੇ ਐਉਂ ਆ ਵੀ ਜਿਸ ਤਰ੍ਹਾਂ ਨਿਓਲਾ ਤੇ ਸੱਪ ਦੀ ਆਪਸ ਵਿੱਚ ਲੜਾਈ ਹੁੰਦੀ, ਤੁਸੀਂ ਦੋਵਾਂ ਨੂੰ ਇਕੱਠੇ ਕਰ ਦੋਗੇ ਤੇ ਇੱਕਦਮ ਇਹ ਪਤਾ ਨਹੀਂ ਇੰਨਾ ਚਿਰ ਕਿਸ ਤਰ੍ਹਾਂ ਜਾਣੀ ਮਦਾਰੀ ਦਾ ਖੇਲ ਚੱਲਦਾ ਰਿਹਾ 25 ਸਾਲ। ਉਹ ਉਹਨਾਂ ਨੂੰ ਬਿਲਕੁਲ ਅਲੱਗ, ਇਹਨਾਂ ਨੂੰ ਇਕੱਠੇ ਨਹੀਂ ਸੀ ਹੋਣਾ ਚਾਹੀਦਾ। ਜੇ ਹੋ ਗਏ ਤੇ 2-4 ਸਾਲ 'ਚ ਅਲੱਗ ਹੋ ਜਾਣਾ ਚਾਹੀਦਾ। ਹੁਣ ਹੋ ਗਏ ਤੇ ਦੋਵਾਂ ਦੇ ਹੀ ਜਿਹੜੇ ਆ ਨਾ ਗੋਡਿਆਂ ਦੀ ਗਰੀਸ ਖਤਮ ਹੋ ਗਈ। ਉਹ ਬੀਜੇਪੀ ਦੀ ਵੀ ਹੋਈ ਆ, ਹਵਾ ਭਰਨ ਆਉਂਦਾ, ਕਦੀ ਕੋਈ ਆਉਂਦਾ, ਕਦੀ ਮੋਦੀ ਆਉਂਦਾ, ਕਦੀ ਅਮਿਤ ਸ਼ਾਹ ਆਉਂਦਾ, ਹਵਾ ਭਰਦੀ ਨਹੀਂ, ਜਿੰਨੀ ਕੁ ਭਰਦੀ ਉਨੀ ਕੁ ਲੀਕ ਹੋ ਜਾਂਦੀ ਹੈ। ਦੂਜੇ ਪਾਸੇ ਵੱਡੇ ਬਾਦਲ ਜੀ ਨੂੰ ਲਿਆਉਣ ਦਾ ਮਤਲਬ ਇਹ ਹੈ ਕਿ ਚਲੋ ਮਾੜਾ ਮੋਟਾ ਲੋਕਾਂ ਪੁਰਾਣੀਆਂ ਯਾਦਾਂ, ਸਾਰਾ ਕੁਝ ਚਿਹਰਾ ਦਿਖਾ ਕੇ ਕੁਝ ਹਲੂਣਾ ਮਿਲ ਜਾਏ। ਪਰ ਦੇਖੋ, ਤੁਸੀਂ ਜਦ ਤੱਕ ਸੱਚੀ ਮੁੱਚੀ ਆਪਣੀਆਂ ਗੱਲਾਂ ਦਾ ਲੋਕਾਂ ਦੇ ਦਿਲਾਂ ਤੱਕ ਪਹੁੰਚਾ ਨਹੀਂ ਪਾਓਗੇ, ਭਰੋਸਾ ਨਹੀਂ ਜਿੱਤੋਗੇ, ਅਗਰ ਪ੍ਰੀਖਿਆ ਨਹੀਂ ਦਓਗੇ, ਮੋਟੇ ਤੌਰ ਤੇ ਲੋਕ ਵਿਸ਼ਵਾਸ ਨਹੀਂ ਕਰਨਗੇ। ਜੋ ਲੋਕਾਂ ਦੀ ਬੇਵਿਸ਼ਵਾਸੀ ਹੋਈ, ਭਾਵੇਂ ਉਹ ਬਰਗਾੜੀ ਕਰਕੇ ਹੋਵੇ, ਭਾਵੇਂ ਤੁਹਾਡੀਆਂ ਨਿੱਜੀ ਜਾਇਦਾਦਾਂ ਦੀ ਕਰਕੇ ਹੋਵੇ, ਭਾਵੇਂ ਉਹ ਮਾਫੀਆ ਕਰਕੇ ਹੋਵੇ, ਜਿੰਨੀਆਂ ਵੀ ਗੱਲਾਂ ਹੈਗੀਆਂ, ਲੋਕ ਤੁਹਾਡੇ ਤੇ ਕਿਉਂ ਵਿਸ਼ਵਾਸ ਕਰਨ? ਉਹਦਾ ਤੁਸੀਂ ਕੁਛ ਨਾ ਕੁਛ ਆਪ ਜੁਗਾੜ ਸੋਚੋ ਨਾ ਕਿ ਲੋਕ ਕਿਉਂ ਦੁਬਾਰਾ ਉਹਨਾਂ ਨੂੰ ਤੁਹਾਡੇ ਤੇ ਭਰੋਸਾ ਕਰਕੇ ਤੁਹਾਡੇ ਵੱਲ ਉਮੜ ਕੇ ਆਉਣਾ ਚਾਹੀਦਾ। ਪ੍ਰੋਗਰਾਮ ਤੇ ਬਾਅਦ ਦੀ ਗੱਲ, ਪਹਿਲਾਂ ਸੱਤਾ ਚਾਹੋਗੇ ਤੇ ਫੇਰ ਹੀ ਕਰੋਗੇ। ਇਸ ਲਈ ਗੱਲਾਂ ਤੇ ਵੱਡੀਆਂ ਵੱਡੀਆਂ ਸਾਰੇ ਕਰਨਗੇ। ਮੈਨੂੰ ਨਹੀਂ ਲੱਗਦਾ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਵਿੱਚ ਆਪ ਵਿੱਚ ਡਬਲ ਇੰਜਣ ਤੇ ਵਿੱਚ ਕਾਂਗਰਸ ਤੇ ਵਿੱਚ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਅਦਿਆਂ ਦੀ ਤੇ ਝੜੀ ਲਾ ਦਿੰਦੇ ਆ, ਉਹ ਤੇ ਸੋਚਦੇ ਰਹਿੰਦੇ ਐਤਕੀ ਕਿਹੜਾ ਪੱਤਾ ਸੁੱਟਣਾ, ਐਤਕੀ ਅੱਗੇ ਨੂੰ ਕੀ ਵਧਾ ਕੇ ਦੱਸਣਾ, ਸਾਰਾ ਕੁਝ। ਪਰ ਉਹਨਾਂ ਵਾਅਦਿਆਂ ਦਾ ਲੋਕ ਨਹੀਂ ਭਰੋਸਾ ਕਰਦੇ। ਜੇ ਐਤਕੀ ਹਵਾ ਇੱਕ ਵਾਰੀ ਚੱਲੀ ਤੇ ਉਹ ਕੇਜਰੀਵਾਲ ਦੀ ਚੱਲੀ ਇਸ ਕਰਕੇ ਕਿ ਇਹਨਾਂ ਤੋਂ ਤੰਗ ਹੋ ਕੇ। ਪਰ ਛੇਤੀ ਲੋਕਾਂ ਨੇ ਸਮਝਣਾ ਸ਼ੁਰੂ ਕਰਤਾ ਕਿ ਇਹ ਵੀ ਉਹ ਚੀਜ਼ ਨਹੀਂ ਜਿਵੇਂ ਅਸੀਂ ਕਿਸੇ ਵੇਲੇ ਉਹਨਾਂ ਦੀ ਗੇੜ 'ਚ ਆ ਗਏ ਸੀ ਸਾਰੇ, ਬਹੁਤ ਸਾਰੇ ਲੋਕ। ਅੱਜ ਵੀ ਸਟੇਜ ਤੇ ਮੈਂ ਜਿਹੜਾ ਇੱਥੇ ਬਸੀ ਪਠਾਣਾ ਦੇ ਵਿੱਚ ਦਾਣਾ ਮੰਡੀ 'ਚ ਬਹੁਤ ਵੱਡੀ ਰੈਲੀ ਸੀ ਉੱਥੇ ਦੇ ਸੰਯੁਕਤ ਸਮਾਜ ਮੋਰਚੇ ਦੀ ਕੈਂਡੀਡੇਟ ਦੀ, ਮੈਂ ਗਿਆ।
ਉੱਥੇ ਘੱਟੋ ਘੱਟ 4-5 ਬੰਦੇ ਬੜੇ ਸੀਨੀਅਰ ਬੰਦੇ ਇਹੋ ਜਿਹੇ ਸੀ ਜਿਹੜੇ ਇਸੇ ਹੀ ਸੋ ਕਾਲਡ ਆਮ ਆਦਮੀ ਪਾਰਟੀ ਦੇ ਵਿਕਟਮ ਸੀ, ਤੇ ਜਿਸ ਢੰਗ ਨਾਲ ਉਹਨਾਂ ਨੇ ਆਪਣੀ ਸਾਰੀ ਗੱਲਬਾਤ ਰੱਖੀ, ਉੱਥੋਂ ਸਾਨੂੰ ਇਹ ਅੰਦਾਜ਼ਾ ਤੇ ਲੱਗ ਗਿਆ ਕਿ ਇੱਕ ਵਾਰੀ ਛਾਲਾ ਤੇ ਐਡਵਰਟਾਈਜ਼ਮੈਂਟ ਕਰਕੇ ਕਰ ਲੈਂਦਾ, ਪਰ ਜਿਹੜੇ ਵਿਕਟਮ ਆ ਇਹਨਾਂ ਦੇ ਪੀੜਤ ਲੋਕ ਆ, ਉਹਨਾਂ ਦਾ ਵੀ ਨੰਬਰ ਪੰਜਾਬ ਦੇ ਵਿੱਚ ਛੋਟਾ ਨਹੀਂ। ਉਹ ਜਿਵੇਂ ਹੀ ਹਵਾ ਜਿੰਨੀ ਕੁ ਭਰਦੇ ਆ ਉਨੀ ਕੁ ਨਾਲੋਂ ਨਾਲ ਉਹ ਲੀਕ ਵੀ ਕਰ ਰਹੇ ਆ। ਪਰ ਆਖਰੀ ਗੱਲ ਕਦੋਂ, ਇਹ ਤੇ ਹੁਣ 20 ਤਰੀਕ ਨੂੰ ਲੋਕ ਦੱਸਣਗੇ ਕਿ ਬਟਨ ਕਿਹਦਾ ਕਿਹਦਾ ਕਿੱਥੇ ਕਿੱਥੇ ਕਿਵੇਂ ਦੱਬਿਆ ਗਿਆ। ਬਿਲਕੁਲ, ਮੈਂ ਆਖਰੀ ਸਵਾਲ ਕਰਦਾ, ਆਪਣਾ ਸਮਾਂ ਵੀ ਉਹਨਾਂ ਕੁ ਰਹਿ ਗਿਆ, ਕਿ ਕੋਈ ਵੀ ਜਿੰਨੇ ਵੀ ਸਿਆਸਤਦਾਨ ਨੇ, ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ, ਰੁਜ਼ਗਾਰ ਨੂੰ ਉਸ ਪੱਧਰ ਤੇ ਮੁੱਦਾ ਨਹੀਂ ਬਣਾ ਰਹੇ ਜਿਵੇਂ ਹਰਿਆਣੇ ਦੇ ਵਿੱਚ ਉਹਨਾਂ ਨੇ 75% ਦਾ ਕੋਟਾ ਪ੍ਰਾਈਵੇਟ ਨੌਕਰੀਆਂ 'ਚ ਕੀਤਾ, ਹਾਈ ਗਏ ਤੇ ਹੁਣ ਸੁਪਰੀਮ ਕੋਰਟ ਦੇ ਵਿੱਚੋਂ ਕੁਝ ਆਸ ਵੱਝੀ ਆ ਉੱਥੇ। ਸਾਡੇ ਇੱਧਰ ਪੰਜਾਬ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਲੱਖਾਂ ਰੁਪਇਆ ਲੈ ਕੇ ਪਹਿਲਾਂ ਤਾਂ ਡਿਗਰੀਆਂ ਕਰਦੇ ਨੇ, ਮਾਪਿਓ ਦਾ ਲਵਾਉਂਦੇ ਨੇ, ਫਿਰ ਲੱਖਾਂ ਰੁਪਇਆ ਲੈ ਕੇ ਬਾਹਰ ਨੂੰ ਜਾਣ ਦੀ ਤਿਆਰੀ ਹੋ ਜਾਂਦੀ ਹੈ। ਕੋਈ ਕਿੱਲਾ ਵੇਚ ਦਿੰਦਾ, ਕੋਈ ਘਰ ਗਹਿਣੇ ਰੱਖ ਦਿੰਦਾ ਕਿਸੇ ਨਾ ਕਿਸੇ ਢੰਗ ਦੇ ਨਾਲ। ਤੇ ਉੱਥੇ ਉਹਦੇ ਕਾਲਜ, ਮੈਂ ਡਾਕਟਰ ਸਵੈਮਾਨ ਹੁਣਾਂ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਕਿ ਉੱਥੋਂ ਦੇ ਕਾਲਜ ਤਾਂ ਉਡੀਕਦੇ ਨੇ ਕਿ ਕਦੋਂ ਪੰਜਾਬੀ ਬੱਚੇ ਆਉਣ ਤੇ ਅਸੀਂ ਮੁੰਨੀਏ ਕਿਸ ਢੰਗ ਦੇ ਨਾਲ ਉੱਥੇ ਪੈਸਾ ਜਾ ਰਿਹਾ। ਉਹਨਾਂ ਨੂੰ ਇੱਥੇ ਕਿਉਂ ਨਹੀਂ ਰੁਜ਼ਗਾਰ ਦਾ ਭਰੋਸਾ ਦਿੱਤਾ ਜਾਂਦਾ? ਪੰਜਾਬ 'ਚ ਇਸ ਨੂੰ ਕੋਈ ਮੁੱਦਾ ਹੀ ਨਹੀਂ ਬਣਾ ਰਿਹਾ ਉਸ ਪੱਧਰ ਤੇ ਜਿਵੇਂ ਬਣਾਉਣਾ ਚਾਹੀਦਾ ਆ। ਜਦੋਂ ਪੰਜਾਬ ਸਾਰਿਆਂ ਨਾਲੋਂ ਅੱਗੇ ਨਿਕਲ ਗਿਆ ਹਰੇ ਇਨਕਲਾਬ ਕਰਕੇ, ਉਦੋਂ ਇਹਨਾਂ ਦੀ ਸਾਰੀ ਪਲੈਨਿੰਗ ਨਾਲੋਂ ਨਾਲ ਚੱਲਣੀ ਚਾਹੀਦੀ ਸੀ। ਉਹ ਵੇਲਾ ਅਸੀਂ ਵਿਹਾ ਲਿਆ। ਪਿਛਲੇ 40 ਸਾਲ ਸੁੱਤੇ ਰਹਿ ਗਏ। ਕੁਛ ਤੇ ਸਾਡੇ ਇੱਥੇ ਖਾੜਕੂਵਾਦ ਆ ਗਿਆ, ਉਹਨੇ 10 ਸਾਲ ਸਾਡੇ ਚੂੜਾਂ ਹਿਲਾਤੀਆਂ। ਕੋਈ ਨਾਰਮਲ ਕੰਮ ਸਰਕਾਰ ਦਾ ਵਿਕਾਸ ਦਾ ਹੋ ਨਹੀਂ ਪਾਇਆ, ਰਾਜਨੀਤਿਕ ਸੰਕਟ ਸੀਗਾ। ਉਦੋਂ ਬਾਅਦ ਹੁਣ 30 ਸਾਲ ਹੋ ਗਏ ਕਿ ਇਹੋ ਜਿਹਾ ਕਰਪਸ਼ਨ ਮੂੰਹ ਨੂੰ ਲੱਗੀ, ਜਦੋਂ ਰਾਜਤੰਤਰ ਕਮਜ਼ੋਰ ਪੈ ਜਾਂਦਾ, ਪੁਲਿਸ ਵੀ ਉਹੋ ਜਿਹੀ ਹੋ ਗਈ, ਹੋਰ ਮਹਿਕਮੇ ਵੀ ਵਿਹਲੜ ਹੋ ਗਏ। ਆ ਕੋਵਿਡ ਤੋਂ ਬਾਅਦ ਹੁਣ ਪੜ੍ਹਾਈ ਕਰਵਾ ਕੇ ਦੱਸਣ ਜਾਂ ਹਸਪਤਾਲਾਂ 'ਚ ਪੇਸ਼ੈਂਟ ਨੂੰ ਲੈ ਕੇ ਦੱਸਣ, ਕੋਵਿਡ ਕਿਤੇ ਨਹੀਂ ਦਿਖਦਾ। ਸਾਰੇ ਆਪਣਾ ਘੇਸ ਮਾਰ ਕੇ ਬਹਿ ਗਏ ਵਿੱਚ, ਡਾਕਟਰ ਵਿੱਚ ਕਿਸੇ ਪੇਸ਼ੈਂਟ ਨੂੰ ਨਹੀਂ ਲਾਗੇ ਲੱਗਣ ਦੇ, ਐਡੇ ਵਿਹਲੜ ਹੋ ਗਏ ਆ ਸਾਰੇ। ਦਾ ਮਤਲਬ ਵੱਡੀ ਗਿਣਤੀ ਇਹੋ ਹੀ ਤੁਹਾਡੀ ਯੂਨੀਵਰਸਿਟੀਆਂ, ਸਕੂਲਾਂ, ਕਾਲਜਾਂ 'ਚ ਹੋ ਗਿਆ। ਕੋਈ ਬੱਚੇ ਨੂੰ ਹੱਥ ਨਹੀਂ ਲਾਉਣਾ ਚਾਹੁੰਦਾ, ਪੜ੍ਹਾਉਣਾ ਨਹੀਂ ਚਾਹੁੰਦਾ। ਪਤਾ ਨਹੀਂ ਕਿਹੜਾ ਤਾਪ ਚੜ੍ਹ ਜੂ ਇਹਨਾਂ ਨੂੰ। ਇਸ ਤਰੀਕੇ ਨਾਲ ਹੀ ਉਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਜਿਹੜਾ ਆਇਆ 80s ਵਾਲਾ, ਉਹਨਾਂ ਨੇ ਸਾਰੇ ਸਿਸਟਮ ਨੂੰ ਤਹਿਸ ਨਹਿਸ ਕੀਤਾ, ਕਮਜ਼ੋਰ ਕੀਤਾ। ਹੁਣ ਵੀ ਬਹੁਤ ਸਿਸਟਮ ਸਾਡਾ ਤਹਿਸ ਨਹਿਸ ਹੋਇਆ। ਮੈਨੂੰ ਤੇ ਹੋਰ ਡਰ ਆ, ਆਪਾਂ ਕਿਹੜੀ ਚੀਜ਼ ਨੂੰ ਰੌਂਦੇ ਆ ਕਿ ਸਾਡਾ ਸਿਸਟਮ ਠੀਕ ਹੋਏ। ਮੈਨੂੰ ਲੱਗਦਾ ਕਿ ਜਿੰਨਾ ਕੁ ਹੈਗਾ ਉਹੀ ਬਚਿਆ ਰਹਿ ਜੇ ਤੇ ਬਹੁਤ ਆ। ਹਾਲਤ ਇਹ ਆ ਅੱਜ ਦੀ, ਤੁਸੀਂ ਆਉਣ ਵਾਲਾ 5 ਸਾਲ ਬਹੁਤ ਹੀ ਸੰਕਟ ਵਾਲੇ ਹੋਣੇ ਆ। ਆ ਜਿਹੜੇ ਚਾਂਬੜਾਂ ਪਾਉਂਦੇ ਫਿਰਦੇ ਆ ਕਿ ਮੈਨੂੰ ਗੱਦੀ ਤੇ ਬਿਠਾਓ, ਮੈਨੂੰ ਗੱਦੀ ਤੇ ਬਿਠਾਓ, ਜੇ ਇਹਨਾਂ ਨੂੰ ਗੱਦੀ ਦੇ ਥੱਲਿਓਂ ਸੇਕ ਨੇ ਥੱਲੇ ਚੀਕਾਂ ਨਾ ਕਢਾਤੀਆਂ, ਇਹ ਕਹਿਣਗੇ ਉਹ ਗੱਦੀ ਤੇ ਮੈਂ ਨਹੀਂ ਬਹਿਣਾ ਮੁੜ ਕੇ, ਉੱਥੇ ਥੱਲੇ ਇੰਨੀ ਜ਼ਿਆਦਾ ਗਰਮੀ ਆ। ਉਹ ਤੱਤੀ ਪਲੇਟ ਵਾਂਗੂ ਲੱਗਣਾ, ਜਿਸ ਤਰ੍ਹਾਂ ਤੱਤੇ ਤਵੇ ਵਾਂਗੂ। ਬੈਠ ਕੇ ਦੇਖਣ ਕਿਹੜੀ ਗੱਦੀ ਤੇ ਬੈਂਦਾ। ਇਹ ਹਾਲਤ ਆ ਪੰਜਾਬ ਦੀ, ਬੈਠਾ ਹੀ ਨਹੀਂ ਜਾਣਾ, ਬੈਠ ਕੇ ਦੇਖ। ਜਿਹੜੇ ਚਾਂਬੜਾਂ ਪਾਉਂਦੇ ਆ, ਇਹ ਸੰਕਟ ਇੰਨਾ ਜ਼ਿਆਦਾ ਇਸ ਵੇਲੇ, ਇੰਨਾ ਸਿਸਟਮ ਹਿੱਲ ਚੁੱਕਾ ਕਿ ਉਸ ਨੂੰ ਦੁਬਾਰਾ ਲੀਹਾਂ ਤੇ ਲਿਆਉਣ ਲਈ ਮੋਦੀ ਨੂੰ ਵੀ ਸੋਚਣਾ ਪਊਗਾ, ਉਹਨਾਂ ਦੀ ਐਨਡੀਏ ਸਰਕਾਰ ਨੂੰ ਸੋਚਣਾ ਪਊਗਾ, ਸੂਬਿਆਂ ਦੀਆਂ ਸਰਕਾਰਾਂ ਨੂੰ ਸੋਚਣਾ ਪਊਗਾ। ਨਾ ਕਿ 24 ਘੰਟੇ ਇਸ ਗੱਲ ਦੀਆਂ ਪਲਾਨਾਂ ਹੋਣ ਤੇ ਸਕੀਮਾਂ ਤੇ ਸਾਜ਼ਿਸ਼ਾਂ ਹੋਣ ਕਿ ਸੱਤਾ 'ਚ ਕਿਵੇਂ ਆਉਣਾ, ਧੋਖਾਧੜੀ ਦੇ ਨਾਲ ਜਾਂ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ। ਅਜੇ ਤੱਕ ਤੇ ਇਹੋ ਚੱਲ ਰਿਹਾ, ਕੋਈ ਸੁਧਰਿਆ ਨਹੀਂ। ਕਿਸੇ ਨੂੰ ਕੋਈ ਚਿੰਤਾ ਨਹੀਂ ਪੰਜਾਬ ਦੀ, ਕਿਸੇ ਨੂੰ ਕੋਈ ਚਿੰਤਾ ਨਹੀਂ ਪੰਜਾਬ ਦੇ ਵਿਕਾਸ ਦੀ। ਜਿਹੜੀ ਹੈ ਕਿ ਤੁਹਾਡਾ ਸਵਾਲ ਸੀਗਾ ਕੀ, ਦੁਬਾਰਾ ਮੈਨੂੰ ਦੱਸਿਓ ਥੋੜਾ। ਹਾਂਜੀ, ਜਿਹੜਾ ਇਹਦੇ ਵਿੱਚ 75% ਨੌਕਰੀਆਂ ਦਾ ਰਾਖਵਾਂ ਕਰਨਾ। ਹਾਂ 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 ਹਾਂ, ਉਸ ਚੀਜ਼ ਦਾ ਉਹ ਵੀ ਜਿਹੜਾ ਸੁਖਵਿੰਦਰ, ਉਹਦਾ ਕੋਈ ਅਰਥ ਨਹੀਂ ਮੇਰਾ ਕਹਿਣ ਦਾ। ਸਾਡੇ ਪੰਜਾਬ ਨੂੰ ਜਿਹੜੀਆਂ ਨੌਕਰੀਆਂ ਚਾਹੀਦੀਆਂ ਉਹ 75% ਵਾਲੀਆਂ ਨਹੀਂ, ਉਹ ਹੈਗੀਆਂ ਫੈਕਟਰੀਆਂ ਦੀਆਂ ਨੌਕਰੀਆਂ। ਠੀਕ ਹੈ ਨਾ। ਸਾਡੇ ਪੰਜਾਬੀ ਜਿਹੜੇ ਆ ਉਹ ਪੜ੍ਹ ਲਿਖ ਕੇ ਹੁਣ ਵਾਈਟ ਕਾਲਰ ਜੌਬ, ਪੜ੍ਹਿਆਂ ਲਿਖਿਆਂ ਵਾਲੀਆਂ, ਭਾਵੇਂ ਉਹ ਚੰਗੀਆਂ ਮਿਡਲ ਕਲਾਸ ਵਾਲੀਆਂ ਨੌਕਰੀਆਂ ਚਾਹੁੰਦੇ, ਇਸ ਲਈ ਉਹ ਬਾਹਰਲੀਆਂ ਮੰਡੀਆਂ 'ਚ ਜਾਂਦੇ। ਉੱਥੇ ਉਹਨਾਂ ਨੂੰ ਜੇ ਉਹ ਨੌਕਰੀ ਨਹੀਂ ਵੀ ਮਿਲਦੀ ਤੇ ਉਹ ਸਟੇਟਸ, ਪੈਸਾ ਤੇ ਉਹਨਾਂ ਕੁ ਮਿਲ ਹੀ ਜਾਂਦਾ ਕਿ ਉਹ ਇੱਥੇ ਆ ਕੇ ਦੱਸ ਸਕਣ ਕਿ ਮੈਂ ਵੀ ਕਿਸੇ ਡਾਕਟਰ ਇੰਜੀਨੀਅਰ ਨਾਲੋਂ ਘੱਟ ਨਹੀਂ, ਇੰਨਾ ਕੁ ਪੈਸਾ ਉੱਥੇ ਉਹ ਮਿਲ ਜਾਂਦਾ। ਜਿਹੜੀ 75% ਵਾਲੀ ਰਿਲੀਫ ਮਿਲੀ ਆ ਹਰਿਆਣੇ ਨੂੰ, ਸੁਪਰੀਮ ਕੋਰਟ ਨੇ ਕਿਹਾ ਉਹ ਟੈਂਪਰੇਰੀ ਆ, ਕਿਉਂਕਿ ਹਾਈ ਕੋਰਟ ਨੇ ਇਹ ਕਹਿ ਦਿੱਤਾ ਸੀਗਾ ਕਿ ਤੁਸੀਂ 75% ਪ੍ਰਾਈਵੇਟ ਸੈਕਟਰ ਦੇ ਵਿੱਚ ਹਰਿਆਣਵੀਆਂ ਲਈ ਰਾਖਵਾਂਕਰਨ ਨਹੀਂ ਕਰ ਸਕਦੇ। ਸਿਰਫ 90 ਸੈਕਿੰਡ ਦੀ ਹੀਰਿੰਗ ਦੇ ਵਿੱਚ ਜੱਜਮੈਂਟ ਦੇ ਦਿੱਤੀ, 90 1.5 ਮਿੰਟ ਦੀ ਹੀਰਿੰਗ 'ਚ ਜੱਜਮੈਂਟ ਦੇ ਦਿੱਤੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਗੱਲ ਗਲਤ ਆ,
ਮੈਂ ਤੁਹਾਡੀ ਜੱਜਮੈਂਟ ਨੂੰ ਸਟੇ ਦਿੰਨੇ ਆ। ਇਹ ਉਦੋਂ ਤੱਕ ਇਹਨਾਂ ਦਾ ਜਾਰੀ ਰਹੂਗਾ ਕਿ ਇਹ 75% ਕਰ ਸਕਦੇ ਆ, ਜਦ ਤੱਕ ਦੁਬਾਰਾ ਹਾਈ ਕੋਰਟ ਇਹਨੂੰ ਰਿਵਿਊ ਕਰਕੇ ਥਾਰੋਲੀ ਸੁਣ ਕੇ 4 ਹਫ਼ਤਿਆਂ 'ਚ ਆਪਣਾ ਫੈਸਲਾ ਨਹੀਂ ਸੁਣਾਉਂਦੇ। ਪਰ ਨਾਲ ਹੀ ਸੂਬੇ ਨੂੰ ਇਹ ਕਹਿ ਦਿੱਤਾ ਵੀ ਤੁਸੀਂ ਇਹ ਨਾ ਕਿ ਦਬਕੇ ਮਾਰ ਕੇ ਹੁਣ ਫਟਾਫਟ ਜਿਹੜੇ ਬਾਹਰਲੇ ਸੂਬਿਆਂ ਦੇ ਆਲਰੇਡੀ ਵਰਕਰ ਆ ਉਹਨੂੰ ਬਾਹਰ ਦਾ ਰਸਤਾ ਦਿਖਾ ਦਿਓ, ਇਹ ਨਹੀਂ ਹੋਊਗਾ। ਤੁਸੀਂ ਕੋਰਸਿਵ ਹੈ ਜਾਣੀ ਇੰਨੇ ਵੇਖ ਕੇ ਕੋਈ ਸਟੇ ਦੇਤਾ ਤੇ ਰਿਵਿਊ ਲਈ ਜਿਹੜੀ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੁਪਰੀਮ ਕੋਰਟ ਨੇ ਉਹ ਕੇਸ ਉੱਥੇ ਭੇਜਤਾ। ਮੇਰੀ ਆਪਣਾ ਜਿੱਥੋਂ ਤੱਕ ਲੀਗਲ ਤੇ ਕਨਸਟੀਟਿਊਸ਼ਨ ਦੀ ਮੈਨੂੰ ਸਮਝ ਆ ਕਿ ਇਹੋ ਜਿਹੇ ਪ੍ਰਾਈਵੇਟ ਸੈਕਟਰ 'ਚ ਕੋਟੇ ਲਾਉਣ ਲਈ ਕਾਫੀ ਸੋਚ ਸਮਝ ਕੇ ਤੇ ਕਾਫੀ ਪੁਖਤਾ ਜੇ ਕਾਨੂੰਨ ਆਊਗਾ ਤਾਂ ਹੀ ਪੋਸੀਬਲ ਆ, ਨਹੀਂ ਤੇ ਡਰਾਮਾ ਜ਼ਿਆਦਾ ਤੇ ਅਸਲੀਅਤ ਘੱਟ ਹੈ। ਹਾਂਜੀ, ਜਾਂਦੇ ਜਾਂਦੇ ਇੱਕ ਮੇਰੇ ਧਿਆਨ ਵਿੱਚ ਸਵਾਲ ਆਇਆ ਕਿ 5 ਸਾਲ ਬਾਅਦ ਇਲੈਕਸ਼ਨ ਆਉਂਦੀ ਹੈ, ਲੋਕਾਂ ਨੇ ਘਰੋਂ ਉੱਠਣਾ, 20 ਤਰੀਕ ਨੂੰ ਜਾਣਾ, ਉੱਥੇ ਸੋਚਦੇ ਬੜਾ ਕੁਝ ਜਾਣਾ। ਕਹਿੰਦੇ ਅੱਜ ਕੱਲ੍ਹ ਲੋਕਾਂ ਨੇ ਮਨ ਵਿੱਚ ਰੱਖਿਆ ਹੋਇਆ ਕਿ ਅਸੀਂ ਬਦਲਾਅ ਚਾਹੁੰਦੇ ਆ ਤੇ ਉੱਥੇ ਜਾ ਕੇ ਦੱਸਾਂਗੇ ਜਿੱਥੇ ਵੋਟ ਪਾਉਣੀ ਆ। ਉੱਥੇ ਤੇ 8-10 ਬਟਨ ਹੋਣੇ ਨੇ। ਉਸ ਵੇਲੇ ਲੋਕਾਂ ਨੂੰ ਕੀ ਸੋਚਣਾ ਚਾਹੀਦਾ ਜਦੋਂ ਉਹਨਾਂ ਨੇ ਆਪਣੇ ਵੋਟ ਵਾਲਾ ਬਟਨ ਦੱਬਣਾ, ਕਿਉਂਕਿ ਉਹਨਾਂ ਨੇ ਫਿਰ ਦੇਖਣਾ ਹੈ ਉੱਥੇ। ਮੇਰੇ ਖਿਆਲ ਦੇ ਵਿੱਚ ਕਈ ਤਾਂ ਦੇਖਦੇ ਵੀ ਨਹੀਂ, ਬਸ ਜੋ ਪਿਤਾ ਪੁਰਖੀ ਚੱਲੀ ਆਉਂਦਾ ਉੱਥੇ ਜਾ ਕੇ ਬਟਨ ਤੇ ਉਂਗਲ ਨੱਪ ਪਾਉਂਦੇ ਨੇ। ਦੇਖੋ ਜਿਹੜਾ ਪਿਤਾ ਪੁਰਖੀ ਵੀ ਹੈਗਾ ਉਹਦੀ ਵੀ ਇੱਕ ਸੈਂਸ ਹੈਗੀ ਆ। ਹਰ ਬੰਦਾ ਹੁਣ ਬਾਬੇ ਰਾਮ ਰਹੀਮ ਦੇ ਬਥੇਰੇ ਉੱਥੇ ਇਹੋ ਜਿਹੇ ਪੈਰੋਕਾਰ ਆ ਜਿਨ੍ਹਾਂ ਨੂੰ ਪਤਾ ਹੈ ਕਿ ਵੀ ਬਾਬਾ ਤੇ ਉਹ ਤੇ ਨਹੀਂ ਚੀਜ਼ ਜੋ ਸੋਚਦੇ, ਫਿਰ ਨਾਲ ਹੀ ਉੱਥੇ ਜਾ ਕੇ ਚੌਂਕੀ ਜ਼ਰੂਰ ਭਰਨਗੇ। ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਇੱਕ ਕਮਿਊਨਿਟੀ ਬਣ ਜਾਂਦੀ, ਇੱਕ ਸ਼ਕਤੀ ਬਣ ਜਾਂਦੀ ਹੈ। ਜਿਹੜੇ ਨਿਰਬਲ ਲੋਕ ਆ ਜਦੋਂ ਇਕੱਠ 'ਚ ਖੜੇ ਹੁੰਦੇ ਆ, ਇੱਕ ਜਥੇਬੰਦੀ ਨਾਲ ਜੁੜਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਸਾਡਾ ਆਕਾਰ, ਸਾਡਾ ਸਾਈਜ਼ ਅੱਗੇ ਨੂੰ ਅਸੀਂ ਸਸ਼ਕਤ ਹੋਏ ਆ, ਸਾਡੇ ਤੇ ਕੋਈ ਦਬਾਅ ਨਹੀਂ ਪਾ ਸਕਦਾ। ਅਸੀਂ ਬਾਬਾ ਜੀ ਨੂੰ ਅਰਦਾਸ ਕਰਾਂਗੇ, ਬਾਬਾ ਜੀ ਪੈਰੋਕਾਰ ਭੇਜ ਕੇ ਮੋਹਰ ਸੇਕ ਦੇਣਗੇ ਉਹਨਾਂ ਦੇ ਜਿਹੜੇ ਸਾਡੇ ਵੱਲ ਵੇਖਣਗੇ। ਇਹ ਵੀ ਚੀਜ਼ ਸੋਚੋ। ਇਸੇ ਤਰੀਕੇ ਨਾਲ ਪਾਰਟੀਆਂ ਦਾ ਹਿਸਾਬ ਆ। ਉਹ ਪੈਰੋਕਾਰ ਤਾਂ ਅੱਖਾਂ ਬੰਦ ਕਰਕੇ ਪਾਉਂਦੇ ਆ ਕਿਉਂਕਿ ਆਪਾਂ ਉਹਨਾਂ ਨੂੰ ਅਲਟਰਨੇਟਿਵ ਤੌਰ ਤੇ ਕੋਈ ਹੋਰ ਸਹਾਰਾ ਜਾਂ ਉਹਨਾਂ ਨੂੰ ਸਿਕਿਉਰਿਟੀ ਦੇਣ ਦੇ ਕਾਬਿਲ ਨਹੀਂ ਹੈਗੇ। ਇਹ ਜਿਹੜੀ ਤੁਸੀਂ ਕਹਿੰਦੇ ਕਿ ਸੋਚ ਸਮਝ ਕੇ ਪਾਵਾਂਗੇ ਜਾਂ ਐਤਕੀ ਇੰਜ ਪਾਵਾਂਗੇ, ਕਈਆਂ ਦੀਆਂ ਸੋਚਾਂ ਨੂੰ ਤੇ ਤਾਲੇ ਹਫ਼ਤੇ ਤੋਂ ਹੀ ਲਾਤੇ ਆ। ਐ ਝੂਮਦੇ ਫਿਰਦੇ ਸੜਕਾਂ ਦੇ ਉੱਤੇ, ਕਿੱਥੇ ਲਾਉਣਾ ਉਹ ਨਾਲ ਉੱਥੇ, ਉਹ ਪਤਾ ਨਹੀਂ ਆਪ ਹੀ ਲਾਉਣਗੇ ਜਾਂ ਕਿਸੇ ਤੋਂ ਲਵਾਉਣਗੇ। ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਬਟਨ ਦਿਖੂਗਾ, ਨਹੀਂ ਤੇ ਜੇ ਲਾਇਆ ਵੀ ਤੇ 3-4 ਇਕੱਠੇ ਵੀ ਦੱਬ ਸਕਦੇ ਆ। ਕਿਤੇ ਪਹਿਲਾਂ ਗਲਤ ਦੱਬਿਆ ਗਿਆ ਫਿਰ ਦੂਜਾ ਦੱਬ ਦੇਣਗੇ। ਕਈ ਕੁਛ ਤਮਾਸ਼ੇ, ਇਹ ਇੱਕ ਗਿਣਤੀ ਇੱਕ ਵੱਡੀ ਇਹੋ ਜਿਹੇ ਕੁਛ ਮੈਂ ਹਲਕਿਆਂ 'ਚ ਦੇਖ ਰਿਹਾ। ਬਾਕੀ ਕੁਛ ਜਿਹੜਾ ਯੂਥ ਆ ਉਹ ਚੁਸਤ ਜ਼ਰੂਰ ਹੈਗਾ। ਉਹ ਸ਼ਾਇਦ ਆਪਣੀ ਵੋਟ ਅਲੱਗ ਢੰਗ ਨਾਲ ਆਪਣੇ ਮਨ ਦੇ ਨਾਲ ਕਿਸੇ ਵੀ ਸੋਚ ਦੇ ਨਾਲ ਉਹ ਪਾਉਣਗੇ ਤੇ ਕਰਨਗੇ। ਉਹਦੇ ਵਿੱਚ ਸੰਯੁਕਤ ਸਮਾਜ ਮੋਰਚਾ ਵੀ ਹੈਗਾ ਜਿੱਥੇ ਕਾਫੀ ਨਵੇਂ ਲੋਕ ਨਵੇਂ ਢੰਗ ਨਾਲ ਵੋਟ ਪਾਉਣਗੇ। ਉਹਦੇ 'ਚ ਆਪ ਵੀ ਹੈਗੀ ਆ। ਹੋਰ ਹੋ ਸਕਦਾ ਕਿ ਕੁਛ ਕੁ ਦੂਜੇ ਪਾਸੇ ਵੀ ਪਾਰਟੀਆਂ ਵੱਲ ਜਾਣਗੇ। ਅਜੇ ਕੁਛ ਬਹੁਤਾ ਉਹਦਾ ਕਹਿਣਾ ਮੁਸ਼ਕਲ ਹੈ। ਪਰ ਇਹ ਗੱਲ ਤੁਹਾਡੀ ਠੀਕ ਹੈ ਕਿ ਜਿਹੜੇ ਅਮਲੀਆਂ ਵਾਂਗੂ ਆਪਣੀਆਂ ਹੀ ਪਾਰਟੀਆਂ ਨੂੰ ਵੋਟਾਂ ਪਾਉਂਦੇ ਆ ਉਹ ਬੇਵਕੂਫ ਨਹੀਂ ਹੈਗੇ। ਉਹਨਾਂ ਦੀਆਂ ਕੁਝ ਆਪਣੀਆਂ ਜੀਵਨ ਦੀਆਂ ਪ੍ਰੈਗਮੈਟਿਕ ਮਜਬੂਰੀਆਂ ਵੀ ਹਨ ਜਿਹਦੇ ਕਰਕੇ ਉੱਥੇ ਅੱਖਾਂ ਮੁੰਦ ਕੇ ਬਟਨ ਦੇ ਉੱਤੇ ਹੱਥ ਲਾ ਕੇ ਟੂੰ ਦੀ ਆਵਾਜ਼ EVM ਦੀ ਕਰਵਾ ਕੇ ਘਰ ਆ ਜਾਂਦੇ। ਹਾਂਜੀ, ਬਿਲਕੁਲ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਤੁਹਾਡਾ, ਤੁਹਾਡੀ ਸਾਰੀ ਟੀਮ ਜਿਹੜੀ ਇੰਨੀ ਮਿਹਨਤ ਕਰਦੀ ਆ ਤੇ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। 20 ਤਰੀਕ ਨੂੰ ਵੋਟਾਂ, ਮੈਂ ਏਦਾਂ ਕਹਿ ਲਓ ਕਿ ਉਂਗਲਾਂ ਤੇ ਗਿਣਨ ਜੋਗੇ ਜਿਹੜੇ ਉਹ ਘੰਟੇ ਕੁ ਰਹਿ ਗਏ ਨੇ। ਉਸ ਤੋਂ ਬਾਅਦ ਲੋਕਾਂ ਨੇ ਫਿਰ 10 ਮਾਰਚ ਦੀ ਉਡੀਕ ਕਰਨੀ ਹੈ, ਨਤੀਜੇ ਕੀ ਆਉਣਗੇ। ਪਰ ਜ਼ਰੂਰੀ ਇਹ ਆ ਕਿ ਜਦੋਂ ਤੁਸੀਂ ਵੋਟ ਪਾਉਣ ਜਾਣੀ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋ ਪੰਜਾਬ ਦੇ ਵਿੱਚ ਚੱਲ ਰਿਹਾ, ਜੋ ਤੁਸੀਂ ਅੱਗੇ ਚਾਹੁੰਦੇ ਹੋ ਕਿ ਪੰਜਾਬ 'ਚ ਬਦਲਾਅ ਆਵੇ, ਉਹੋ ਜਿਹੇ ਉਮੀਦਵਾਰਾਂ ਨੂੰ ਚੁਣ ਲਿਓ ਤਾਂ ਕਿ ਉਹਨਾਂ ਨੂੰ ਜਵਾਬਦੇਹ ਬਣਾ ਸਕੋ। ਜਿਵੇਂ ਅਸੀਂ ਅੱਗੇ ਵੀ ਕਹਿੰਦੇ ਆ ਕਿ ਜਵਾਬ ਦਿਓ ਤੇ ਹਿਸਾਬ ਦਿਓ। ਜੇ ਇਸੇ ਤਰ੍ਹਾਂ ਮੰਗਦੇ ਰਹੋਗੇ ਤੇ ਆਪਣੇ ਆਪ ਲੀਡਰ ਤੁਹਾਡੇ ਅੱਗੇ ਆ ਕੇ ਜਵਾਬ ਤੇ ਹਿਸਾਬ ਦੇਣਗੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।